ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਅੱਜ ਆਪਾਂ 6th ਕਲਾਸ ਦਾ ਯੂਨਿਟ ਭੂਗੋਲ ਜਿਹੜਾ ਉਹਦਾ ਪਹਿਲਾ ਚੈਪਟਰ ਸ਼ੁਰੂ ਕਰਾਂਗੇ। ਠੀਕ ਹੈ ਜੀ। ਇਹਦੇ ਵਿੱਚ ਸਾਡੇ ਕੋਲ ਕੀ ਹੈ, ਪ੍ਰਿਥਵੀ ਸਾਡਾ ਆਵਾਸ। ਕਹਿੰਦਾ ਪੁਸਤਕ ਦੇ ਇਸ ਭਾਗ ਵਿੱਚ ਅਸੀਂ ਧਰਤੀ ਸਾਡਾ ਆਵਾਸ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਾਂਗੇ। ਠੀਕ ਹੈ, ਮੁੱਢਲੀ ਮੀਨਸ ਬੇਸਿਕ ਜਿਹੜੀ ਹੈਗੀ ਆ ਸਟਾਰਟਿੰਗ ਦੀ, ਉਹ ਜਾਣਕਾਰੀ ਨੂੰ ਪ੍ਰਾਪਤ ਕਰਾਂਗੇ। ਇਸ ਭਾਗ ਨੂੰ ਪੜ੍ਹਨ ਉਪਰੰਤ ਅਸੀਂ ਇਹ ਜਾਣ ਲਵਾਂਗਾ ਕਿ ਸੂਰਜ ਪਰਿਵਾਰ ਵਿੱਚ ਧਰਤੀ ਦੀ ਕੀ ਸਥਿਤੀ ਹੈ। ਠੀਕ ਹੈ, ਸੂਰਜ ਦੇ ਪਰਿਵਾਰ ਨੂੰ ਸਮਝਾਂਗੇ ਕਿ ਵੀ ਸੂਰਜ ਦੇ ਆਸੇ ਪਾਸੇ ਕਿੰਨੇ ਗ੍ਰਹਿ ਘੁੰਮਦੇ ਤੇ ਧਰਤੀ ਦੀ ਕੀ ਸਥਿਤੀ ਹੈਗੀ ਆ। ਸਥਿਤੀ ਮਤਲਬ ਤੁਹਾਡੇ ਕੋਲ ਕੀ ਉਹਦੀ ਲੋਕੇਸ਼ਨ। ਠੀਕ ਹੈ, ਇੱਕ ਵਰਡ ਹੁੰਦਾ ਸਥਿਤੀ, ਇੱਕ ਵਰਡ ਹੁੰਦਾ ਪਰਿਸਥਿਤੀ। ਠੀਕ ਹੈ, ਪਰਿਸਥਿਤੀ ਹੁੰਦੀ ਹੈ ਕੰਡੀਸ਼ਨਸ, ਕਿਹੜੇ ਹਾਲਾਤਾਂ ਦੇ ਵਿੱਚ ਆ ਉਹ। ਓਕੇ, ਧਰਤੀ ਦੇ 4 ਮੰਡਲ, ਅਸੀਂ ਧਰਤੀ ਨੂੰ 4 ਮੰਡਲਾਂ ਦੇ ਵਿੱਚ ਵੰਡਿਆ ਹੋਇਆ ਹੈ। ਠੀਕ ਹੈ ਜੀ। ਪਹਿਲਾ ਮੰਡਲ ਕੀ ਆ, ਥਲ ਮੰਡਲ ਮਤਲਬ ਜ਼ਮੀਨ ਦੇ ਨਾਲ, ਜਲ ਮੰਡਲ ਪਾਣੀ ਦੇ ਨਾਲ, ਵਾਯੂ ਮੰਡਲ ਹਵਾ ਦੇ ਨਾਲ ਅਤੇ ਜੀਵ ਮੰਡਲ। ਠੀਕ ਹੈ, ਹੁਣ ਜਿਹੜੀ ਧਰਤੀ ਦੇ ਉੱਤੇ ਅਸੀਂ ਜਿਹੜੀ ਧਰਤੀ ਦੇ ਉੱਤੇ ਰਹਿੰਦੇ ਹਾਂ ਨਾ, ਧਰਤੀ ਦੇ ਉੱਤੇ ਰਹਿੰਦੇ ਹਾਂ ਤਾਂ ਸਮੁੰਦਰ ਹੈਗੇ ਨੇ ਜਾਂ ਸਾਗਰ ਹੈਗੇ ਨੇ। ਜਿੱਥੇ ਜਿੱਥੇ ਪਾਣੀ ਹੈ ਉਹ ਜਲ ਮੰਡਲ ਹੈ, ਜਿੱਥੇ ਜਿੱਥੇ ਜ਼ਮੀਨ ਹੈ ਉਹ ਥਲ ਮੰਡਲ ਹੈ। ਅਸੀਂ ਹਵਾ ਦੇ ਵਿੱਚ ਸਾਡੇ ਆਸੇ ਪਾਸੇ ਸਾਰੇ ਕਿਤੇ ਹਵਾ ਹੈਗੀ ਆ, ਉਹ ਵਾਯੂ ਮੰਡਲ ਹੈ। ਅਤੇ ਸਾਰੇ ਇਹਦੇ ਵਿੱਚ ਜੀਵ ਵਰਤ ਹੈਗੇ ਨੇ, ਇਹ ਸਾਡੇ ਕੋਲ ਕੀ ਹੈ, ਜੀਵ ਮੰਡਲ ਹੈ। ਉਹਨਾਂ ਕਾਰਨਾਂ ਅਤੇ ਪ੍ਰਸਥਿਤੀਆਂ, ਕਾਰਨ ਕੀ ਨੇ, ਠੀਕ ਹੈ, ਅਤੇ ਹਾਲਾਤਾਂ। ਪ੍ਰਸਥਿਤੀਆਂ ਮਤਲਬ ਕੀ ਹੈ, ਹਾਲਾਤਾਂ ਦੀ ਜਾਣਕਾਰੀ ਹੋਵੇਗੀ ਜਿਨ੍ਹਾਂ ਕਰਕੇ ਧਰਤੀ ਉੱਤੇ ਜੀਵਨ ਸੰਭਵ ਹੋ ਸਕਿਆ ਹੈ। ਠੀਕ ਹੈ, ਧਰਤੀ 'ਤੇ ਜੀਵਨ ਕਿਉਂ ਹੋਇਆ ਹੈ। ਵੈਸੇ 10th ਕਲਾਸ ਦੀ ਜਿਹੜੀ ਸਾਇੰਸ ਹੈ ਉਹਦੇ ਵਿੱਚ ਚੈਪਟਰ ਦੇ ਵਿੱਚ ਜਾ ਕੇ ਵੀ ਤੁਹਾਨੂੰ ਇੱਕ ਟੈਸਟ ਆਉਂਦਾ ਹੈ, ਐਕਸਪੈਰੀਮੈਂਟ ਆਉਂਦਾ ਹੈ। ਉਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ ਕਿਵੇਂ ਹੋਇਆ, ਵੀ ਪ੍ਰੋਟੀਨ ਕਿੱਦਾਂ ਬਣਿਆ ਹੈ ਨਾ, ਪ੍ਰੋਟੀਨ ਕਿੱਦਾਂ ਬਣੇ, ਸਾਰਾ ਉੱਥੋਂ ਪਤਾ ਲੱਗ ਜਾਂਦਾ ਹੈ ਵਿਸ਼ੇਸ਼ ਕਰਕੇ। ਪਰ ਐਕਚੁਅਲੀ ਹਾਲੇ ਤੱਕ ਅਸੀਂ ਜਾਣ ਨਹੀਂ ਪਾਏ ਹਾਂ ਵੀ ਕਿੱਦਾਂ, ਇਹ ਸੰਭਾਵਨਾ ਹੀ ਆ। ਠੀਕ ਹੈ, ਰੀਅਲ ਤਾਂ ਕਿਸੇ ਨੂੰ ਨਹੀਂ ਪਤਾ ਹੈਗਾ। ਮਨੁੱਖ ਦੀ ਹੋਂਦ ਕਿੱਦਾਂ ਹੋਈ। ਠੀਕ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਪਹਿਲਾਂ ਇਨਸਾਨ ਸੀਗੇ ਜਿਹੜੇ, ਉਹ ਬਾਂਦਰ ਸੀਗੇ, ਬਾਂਦਰਾਂ ਤੋਂ ਫਿਰ ਅਸੀਂ ਮਨੁੱਖ ਬਣਿਆ ਹੈ ਨਾ। ਤਾਂ 99% ਜਿਹੜਾ ਸਾਡਾ DNA ਉਹ ਚਿੰਪੈਂਜ਼ੀਜ਼ ਦੇ ਨਾਲ ਮਿਲਦਾ ਹੈ। ਇਹ ਚੀਜ਼ਾਂ ਤੁਹਾਨੂੰ ਸਾਰੀਆਂ ਸੁਣੀਆਂ ਹੀ ਹੋਣੀਆਂ ਨੇ। ਸਿੱਖਿਆਰਥੀ ਇਹ ਜਾਣ ਲੈਣਗੇ ਕਿ ਧਰਤੀ 'ਤੇ ਦਿਨ ਅਤੇ ਰਾਤ, ਦਿਨ ਅਤੇ ਰਾਤ ਕਿੱਦਾਂ ਬਣਦੇ ਨੇ। ਮੌਸਮਾਂ 'ਚ ਤਬਦੀਲੀ ਕਿਉਂ ਆਉਂਦੀ ਆ। ਧਰਤੀ ਦੀਆਂ 2 ਗਤੀਆਂ ਦੇ ਸਦਕਾ ਹੁੰਦੇ ਹਨ। 2 ਗਤੀਆਂ ਕਿਹੜੀਆਂ, 2 ਗਤੀਆਂ ਮਤਲਬ ਇੱਕ ਤਾਂ ਇਹ ਆਪਣੇ ਧੁਰੇ 'ਤੇ ਘੁੰਮਦੀ ਹੈ। ਜਿਵੇਂ ਮੰਨ ਲਓ ਤੁਸੀਂ ਇੱਥੇ ਖੜ੍ਹੇ ਹੋ, ਠੀਕ ਹੈ, ਤੁਸੀਂ ਆਪਣੇ ਆਸੇ ਪਾਸੇ ਇੱਦਾਂ ਘੁੰਮਣ ਲੱਗ ਜਾਓ ਨਾ, ਖੜ੍ਹ ਕੇ ਘੁੰਮਣ ਲੱਗ ਜਾਓ। ਇੱਕ ਕੀ ਹੈ, ਕਿਸੇ ਚੀਜ਼ ਦੀ ਪਰਿਕਰਮਾ ਕਰੋ। ਠੀਕ ਹੈ, ਤਾਂ ਧਰਤੀ 2 ਗਤੀਆਂ ਕਰਦੀ ਹੈ। ਇੱਕ ਤਾਂ ਸੂਰਜ ਦੀ ਪਰਿਕਰਮਾ ਕਰਦੀ ਹੈ, ਇੱਕ ਆਪਣੇ ਧੁਰੇ ਦੇ ਆਲੇ ਦੁਆਲੇ ਘੁੰਮਦੀ ਹੈ। ਠੀਕ ਹੈ, ਆਪਣੇ ਜਿਵੇਂ ਆਪਾਂ ਗੋਲ ਘੁੰਮਦੇ ਹਾਂ ਨਾ, ਉੱਦਾਂ ਘੁੰਮਦੀ ਹੈ। ਨਕਸ਼ਾ ਪੜ੍ਹਨ ਦੀ ਮੁਹਾਰਤ ਪੈਦਾ ਹੋਵੇਗੀ। ਧਰਤੀ ਦੇ ਪਰਿਮੰਡਲਾਂ, ਇਹਨਾਂ ਦੇ ਆਪਸ ਵਿੱਚ ਸੰਬੰਧ, ਮਨੁੱਖ ਉੱਤੇ ਇਹਨਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਧਰਤੀ ਦੇ ਭੂ ਰੂਪਾਂ, ਠੀਕ ਹੈ, ਉਹਦੇ ਲੈਂਡ ਫਾਰਮਸ ਕਿੱਦਾਂ ਦੇ ਨੇ। ਠੀਕ ਹੈ, ਉਹਦੇ 'ਤੇ ਕਿਹੜੇ ਮਤਲਬ ਪਹਾੜ ਨੇ। ਠੀਕ ਹੈ, ਫਿਰ ਪਲੇਟਿਓ ਜਿਹਨਾਂ ਨੂੰ ਆਪਾਂ ਬੋਲਦੇ ਨੇ, ਪਹਾੜਾਂ ਬੋਲਾਂਗੇ। ਧਰਤੀ ਦੇ ਉੱਤੇ ਭੂ ਰੂਪ ਕਿਹੜੇ ਨੇ ਤੁਹਾਡੇ ਕੋਲ, ਉਹ ਸਾਰਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਭਾਰਤ ਦੀ ਧਰਾਤਲ ਅਨੁਸਾਰ ਵੰਡ, ਅਸੀਂ ਭਾਰਤ ਨੂੰ ਕਿੱਦਾਂ ਵੰਡਿਆ ਹੋਇਆ, ਧਰਾਤਲ ਦੇ ਅਨੁਸਾਰ ਵੰਡਿਆ ਹੋਇਆ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਭਾਗ ਨੂੰ ਪੜ੍ਹਨ ਉਪਰੰਤ ਸਿੱਖਿਆਰਥੀ ਧਰਤੀ, ਮਿੱਟੀ, ਜਲਵਾਯੂ, ਬਨਸਪਤੀ ਅਤੇ ਜੰਗਲੀ ਜੀਵਾਂ, ਜਿਹੜੀ ਅਸੀਂ ਜਿਓਗ੍ਰਾਫੀ ਭੂਗੋਲ ਪੜ੍ਹਦੇ ਪਏ ਹਾਂ ਤਾਂ ਉਹਦੇ ਵਿੱਚ ਇਹੀ ਹੈ। ਧਰਤੀ ਦੀ ਮਿੱਟੀ ਬਾਰੇ ਬੇਸਿਕਲੀ ਪੜ੍ਹਦੇ ਹਾਂ, ਜਲਵਾਯੂ। ਠੀਕ ਹੈ, ਤਾਂ ਜਲਵਾਯੂ ਅਤੇ ਮੌਸਮ 'ਚ ਫਰਕ ਸਮਝਾਂਗੇ। ਪੌਣਾ ਕਿੱਦਾਂ ਆਉਂਦੀਆਂ ਨੇ ਉਹਨਾਂ ਨੂੰ ਸਮਝਾਂਗੇ। ਠੀਕ ਹੈ, ਗਰਮੀ ਕਿਉਂ ਵੱਧਦੀ ਹੈ, ਗਰਮੀ ਕਿਉਂ ਘਟਦੀ ਹੈ, ਦਿਨ ਰਾਤ ਵੱਡੇ ਛੋਟੇ ਕਿਉਂ ਹੁੰਦੇ ਆ, ਉਹ ਸਾਰੇ ਇਸ ਚੀਜ਼ ਬਾਰੇ ਪੜ੍ਹਾਂਗੇ। ਬਨਸਪਤੀ ਪੜ੍ਹਾਂਗੇ, ਕਿਹੜੇ ਏਰੀਆ 'ਚ ਕਿਹੜੀ ਬਨਸਪਤੀ ਪਾਈ ਜਾਂਦੀ ਹੈ। ਠੀਕ ਹੈ, ਮਤਲਬ ਰੇਗਿਸਤਾਨ ਦੇ ਵਿੱਚ ਬਨਸਪਤੀ ਕਿੱਦਾਂ ਦੀ ਪਾਈ ਜਾਂਦੀ ਹੈ, ਪਹਾੜਾਂ 'ਚ ਬਨਸਪਤੀ ਕਿੱਦਾਂ ਦੀ ਪਾਈ ਜਾਂਦੀ ਹੈ। ਪੰਜਾਬ ਦਾ ਜਿਹੜੀ ਸਾਡੀ ਭੂਮੀ ਆ, ਠੀਕ ਹੈ, ਇਹ ਉਪਜਾਊ ਮੈਦਾਨ ਨੇ, ਇੱਥੇ ਕਿੱਦਾਂ ਦੀ ਬਨਸਪਤੀ ਪਾਈ ਜਾਂਦੀ ਹੈ। ਜੰਗਲੀ ਜੀਵਾਂ ਆਦਿ ਦਾ ਮਨੁੱਖਾਂ ਉੱਤੇ ਪ੍ਰਭਾਵ ਬਾਰੇ ਜਾਣੂ ਹੋ ਜਾਵੇਗਾ ਅਤੇ ਕੁਦਰਤੀ ਬਨਸਪਤੀ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਦੀ ਲੋੜ ਪ੍ਰਤੀ ਵੀ ਜਾਗਰੂਕ ਹੋ ਸਕੇਗਾ। ਇਹ ਤਾਂ ਸਾਡਾ ਕੀ ਆ, ਇਹ ਬੁੱਕ ਦਾ ਜਿਹੜਾ ਕੀ ਆ ਮੇਨ ਆਈਡੀਆ, ਅਸੀਂ ਬੁੱਕ 'ਚ ਪੜ੍ਹਨਾ ਕੀ ਚਾਹੁੰਦੇ ਹਾਂ ਮੇਨ। ਠੀਕ ਹੈ, ਬੇਸਿਕਲੀ ਸਾਡੀ ਜਿਹੜੀ ਭੂਗੋਲ ਹੈਗਾ ਨਾ, ਭੂਗੋਲ ਜਿਹੜਾ ਹੈਗਾ ਉਹ ਭੂ ਮੀਨਸ ਕੀ ਆ, ਧਰਤੀ ਹੋਈ ਆ। ਠੀਕ ਹੈ, ਭੂਮੀ ਤੋਂ ਭੂਗੋਲ ਦਾ ਸ਼ਬਦ ਉੱਥੇ ਲਿਆ ਗਿਆ ਸਾਡੇ ਕੋਲ। ਠੀਕ ਹੈ, ਹੁਣ ਆਪਾਂ ਚੈਪਟਰ ਸਟਾਰਟ ਕਰਦੇ ਹਾਂ। ਪਹਿਲਾ ਚੈਪਟਰ ਸਾਡੇ ਕੋਲ ਹੈਗਾ ਹੈ ਪ੍ਰਿਥਵੀ ਸੂਰਜੀ ਪਰਿਵਾਰ ਦਾ ਅੰਗ। ਮਤਲਬ ਜਿਹੜੀ ਪ੍ਰਿਥਵੀ ਆ ਉਹ ਕੀ ਆ। ਠੀਕ ਹੈ, ਇਹਨੂੰ ਪੰਜਾਬੀ 'ਚ ਆਪਾਂ ਧਰਤੀ ਵੀ ਬੋਲ ਦਿੰਦੇ ਹਾਂ, ਹੈ ਨਾ। ਜਿਹੜੀ ਪ੍ਰਿਥਵੀ ਉਹ ਕੀ ਹੈ, ਸੂਰਜੀ ਪਰਿਵਾਰ, ਮਤਲਬ ਅਸੀਂ ਇੰਗਲਿਸ਼ ਨੂੰ ਬੋਲਦੇ ਹਾਂ ਸੋਲਰ ਸਿਸਟਮ। ਸੂਰਜੀ ਪਰਿਵਾਰ ਦਾ ਕਿ ਇੱਕ ਅੰਗ ਹੈ। ਠੀਕ ਹੈ, ਜਿਵੇਂ ਸਾਡੀ ਬਾਡੀ ਆ, ਬਾਡੀ 'ਚ ਸਾਡੇ ਕਿੰਨੇ ਅੰਗ ਹੁੰਦੇ ਨੇ। ਠੀਕ ਹੈ ਨਾ, ਉੱਦਾਂ ਹੀ ਸੂਰਜੀ ਪਰਿਵਾਰ ਦੇਖਾਂਗੇ, ਉਹਦੇ 'ਚ ਕਿੰਨੇ ਗ੍ਰਹਿ ਨੇ ਅਤੇ ਸੂਰਜ ਕੀ ਆ। ਠੀਕ ਹੈ, ਉਹਦੇ ਬਾਰੇ ਸਮਝਾਂਗੇ। ਕਹਿੰਦਾ ਹੁਣ ਚੈਪਟਰ ਸ਼ੁਰੂ ਕਰਦੇ ਹਾਂ। ਕਹਿੰਦਾ ਰਾਤ ਨੂੰ ਜਦੋਂ ਨਿਖਰੇ ਆਕਾਸ਼ ਵੱਲ ਝਾਤੀ ਮਾਰੋ, ਤੁਹਾਨੂੰ ਚੰਦ ਅਤੇ ਕਈ ਨਿੱਕੇ ਵੱਡੇ ਚਮਕੀਲੇ ਤਾਰੇ ਨਜ਼ਰ ਆਉਣਗੇ। ਠੀਕ ਹੈ ਨਾ, ਜਦੋਂ ਆਪਾਂ ਰਾਤ ਨੂੰ ਅਸਮਾਨ ਵੱਲ ਦੇਖਦੇ ਸਾਨੂੰ ਚੰਨ ਨਜ਼ਰ ਆਉਂਦਾ ਹੈ। ਠੀਕ ਹੈ, ਅਤੇ ਨਿੱਕੇ ਵੱਡੇ ਤਾਰੇ ਵੀ ਨਜ਼ਰ ਆਉਂਦੇ ਨੇ। ਨੀਝ ਲਾ ਕੇ ਮੈਂ ਧਿਆਨ ਨਾਲ ਵੇਖਦੇ ਹਾਂ ਚੰਨ ਅਤੇ ਕਈ ਤਾਰੇ ਤੁਰਦੇ ਫਿਰਦੇ ਵੀ ਨਜ਼ਰੀ ਪੈਂਦੇ ਨੇ। ਠੀਕ ਹੈ, ਇਸੇ ਤਰ੍ਹਾਂ ਜਦੋਂ ਵਿਗਿਆਨੀਆਂ ਨੇ ਪੁਲਾੜ ਵਿੱਚ ਜਾ ਕੇ, ਪੁਲਾੜ ਦਾ ਮਤਲਬ ਕੀ ਹੈ, ਦੇਖੋ ਤੁਹਾਡੇ ਆਸੇ ਪਾਸੇ ਕੀ ਆ, ਖਾਲੀ ਜਗ੍ਹਾ ਹੈ। ਠੀਕ ਹੈ, ਖਾਲੀ ਜਗ੍ਹਾ ਇਹਨੂੰ ਅਸੀਂ ਇੰਗਲਿਸ਼ 'ਚ ਬੋਲ ਦਿੰਦੇ ਹਾਂ ਸਪੇਸ ਆ ਸਾਡੇ ਆਸੇ ਪਾਸੇ, ਇਹ ਐਮਟੀ ਸਪੇਸ ਆ। ਠੀਕ ਹੈ, ਜੇ ਅਸੀਂ ਆਪਣੀ ਧਰਤੀ ਤੋਂ ਦੂਰ ਜਾਂਦੇ ਹਾਂ, ਠੀਕ ਹੈ,
ਤਾਂ ਅਸੀਂ ਇਹਨੂੰ ਵੀ ਸਪੇਸ ਹੀ ਬੋਲਦੇ ਪਏ ਇੰਗਲਿਸ਼ ਦੇ ਵਿੱਚ। ਤਾਂ ਜਿਹੜਾ ਇੰਗਲਿਸ਼ ਦਾ ਵਰਡ ਸਪੇਸ ਆ ਨਾ, ਠੀਕ ਹੈ, ਸਪੇਸ ਦਾ ਮਤਲਬ ਹੁੰਦਾ ਖਾਲੀ ਜਗ੍ਹਾ। ਅਸੀਂ ਇੱਦਾਂ ਆਮ ਭਾਸ਼ਾ 'ਚ ਇੱਦਾਂ ਯੂਜ਼ ਕਰਦੇ ਹਾਂ ਵੀ ਉਹ ਖਾਲੀ ਜਗ੍ਹਾ ਹੈ, ਠੀਕ ਹੈ। ਇੱਥੇ ਸਪੇਸ ਹੈ ਨਹੀਂ, ਮੇਰੇ ਕੋਲ ਨਾ ਬੈਠ ਹੈ ਨਾ, ਇੱਥੇ ਸਪੇਸ ਹੈ ਨਹੀਂ, ਇਹ ਕਮਰੇ 'ਚ ਸਪੇਸ ਹੈ ਨਹੀਂ। ਆਪਾਂ ਬਹੁਤ ਆਮ ਭਾਸ਼ਾ 'ਚ ਇੱਦਾਂ ਯੂਜ਼ ਕਰਦੇ ਨੇ ਸਪੇਸ ਵਰਡ ਨੂੰ। ਪਰ ਜਿਹੜੇ ਸਾਇੰਟਿਸਟ ਨੇ ਜਾਂ ਵਿਗਿਆਨੀ ਨੇ ਪੁਲਾੜ ਜਿਹੜਾ ਸ਼ਬਦ ਹੈ ਨਾ ਉਹ ਯੂਜ਼ ਕਰਦੇ ਆ, ਠੀਕ ਹੈ, ਸਪੇਸ। ਪੁਲਾੜ ਵਿੱਚ ਜਾ ਕੇ ਦੇਖਿਆ, ਮਤਲਬ ਆਪਣੀ ਧਰਤੀ ਤੋਂ ਦੂਰ ਜਾ ਕੇ ਦੇਖਿਆ ਵੀ ਜਿਹੜੀ ਧਰਤੀ ਆ ਹੈ ਨਾ, ਧਰਤੀ ਨੂੰ ਵੇਖਿਆ ਤਾਂ ਉਹਨਾਂ ਨੂੰ ਉਹ ਵੀ ਚਮਕਦੀ ਨਜ਼ਰ ਆਈ। ਉਹ ਕਿਉਂ ਚਮਕੇਗੀ ਉਹ ਵੀ ਦੇਖਾਂਗੇ, ਕਿਉਂਕਿ ਇਹ 'ਤੇ ਕੀ ਆ, ਤੁਹਾਡੇ ਕੋਲ ਪਾਣੀ ਆ ਸਾਰਾ ਹੈ ਨਾ, ਤਾਂ ਸੂਰਜ ਦੀ ਰੋਸ਼ਨੀ ਇਹ 'ਤੇ ਟਕਰਾਉਂਦੀ ਆ ਅਤੇ ਇਸ ਕਰਕੇ ਚਮਕਦੀ ਆ। ਤੁਸੀਂ ਹਰ ਰੋਜ਼ ਸੂਰਜ ਚੜ੍ਹਦਾ ਅਤੇ ਛਿਪਦਾ ਦੇਖੋਗੇ, ਤੁਹਾਨੂੰ ਸਭ ਬਾਰੇ ਹੈਰਾਨੀ ਹੁੰਦੀ ਹੋਏਗੀ। ਅਸੀਂ ਬੋਲਦੇ ਹਾਂ ਵੀ ਸੂਰਜ ਹਰ ਰੋਜ਼ ਚੜ੍ਹਦਾ ਅਤੇ ਛਿਪਦਾ ਹੈ, ਜਦ ਕਿ ਜਦੋਂ ਅੱਗੇ ਆਪਾਂ ਪੜ੍ਹਾਂਗੇ ਸਾਨੂੰ ਪਤਾ ਲੱਗੂਗਾ ਵੀ ਸੂਰਜ ਤਾਂ ਖੜਾ ਹੈ, ਸੂਰਜ ਵੈਸੇ ਘੁੰਮਦਾ ਪਿਆ ਹੈ, ਠੀਕ ਹੈ, ਪਰ ਉਹ ਗਲੈਕਸੀ ਦੇ ਹਿਸਾਬ ਦੇ ਨਾਲ। ਪਰ ਜੇ ਆਪਾਂ ਨੋਰਮਲ ਗੱਲ ਕਰਦੇ ਹਾਂ, ਆਮ ਭਾਸ਼ਾ 'ਚ ਗੱਲ ਕਰਦੇ ਆਪਾਂ ਕਹਿੰਦੇ ਸੂਰਜ ਖੜਾ, ਧਰਤੀ ਘੁੰਮਦੀ ਆ, ਠੀਕ ਹੈ। ਤਾਂ ਦੈਟ ਮੀਨ ਸੂਰਜ ਚੜ੍ਹਦਾ ਛਿਪਦਾ ਨਹੀਂ ਹੈਗਾ। ਕੀ ਹੁੰਦਾ, ਧਰਤੀ ਗੋਲ ਗੋਲ ਘੁੰਮਣ ਦੇ ਕਰਕੇ ਦਿਨ ਅਤੇ ਰਾਤ ਬਣਦੇ ਆ। ਸਾਨੂੰ ਇੱਦਾਂ ਲੱਗਦਾ ਵੀ ਸੂਰਜ ਉੱਪਰੋਂ 'ਚ ਹੀ ਮਤਲਬ ਪੂਰਬ 'ਚੋਂ ਨਿਕਲ ਕੇ ਪੱਛਮ ਵੱਲ ਜਾ ਰਿਹਾ ਹੈ, ਠੀਕ ਹੈ। ਜੇ ਸੂਰਜ ਪੂਰਬ ਤੋਂ ਨਿਕਲ ਕੇ ਪੱਛਮ ਵੱਲ ਜਾ ਰਿਹਾ ਹੈ, ਠੀਕ ਹੈ ਜੀ, ਸੂਰਜ ਪੂਰਬ ਤੋਂ ਕਿੱਧਰ ਜਾਂਦਾ ਹੈ, ਪੱਛਮ ਦੇ ਵਿੱਚ ਜਾਂਦਾ ਹੈ, ਤਾਂ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਪਈ ਆ। ਇਹ ਚੀਜ਼ ਆ, ਇਸ ਕਰਕੇ ਸੂਰਜ ਚੜ੍ਹਦਾ ਅਤੇ ਛਿਪਦਾ ਦਿਖਦਾ ਹੈ। ਪਰ ਅਸਲ ਦੇ ਵਿੱਚ ਕੀ ਹੈ, ਸੂਰਜ ਚੜ੍ਹਦਾ ਅਤੇ ਛਿਪਦਾ ਨਹੀਂ ਹੈਗਾ, ਧਰਤੀ ਘੁੰਮਦੀ ਆ, ਠੀਕ ਹੈ। ਅਤੇ ਕਈ ਤਰ੍ਹਾਂ ਦੇ ਪ੍ਰਸ਼ਨ ਤੁਹਾਡੇ ਦਿਮਾਗ 'ਚ ਉੱਠਦੇ ਹੋਣਗੇ ਅਤੇ ਇਹਨਾਂ ਬਾਰੇ ਜਾਣਨ ਦੀ ਇੱਛਾ ਵੀ ਹੁੰਦੀ ਹੋਵੇਗੀ। ਇਸ ਵਿੱਚ ਤੁਹਾਨੂੰ ਇਸ ਪਾਠ ਵਿੱਚ ਤੁਹਾਨੂੰ ਇਹਨਾਂ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਹੋਵੇਗੀ। ਹੁਣ ਅੱਗੇ ਆ ਜਾਂਦੇ ਹਾਂ ਬ੍ਰਹਿਮੰਡ 'ਤੇ। ਕਹਿੰਦਾ ਬ੍ਰਹਿਮੰਡ ਕੀ ਹੈ, ਮੈਂ ਤੁਹਾਨੂੰ ਐਪ ਦਿਖਾਈ ਸੀ, ਜਿਹੜਾ ਪਹਿਲਾ ਲੈਕਚਰ ਬਣਾਇਆ ਵਿੱਚ ਐਪ ਦੱਸੀ ਸੀ। ਬ੍ਰਹਿਮੰਡ ਕੀ ਹੈ, ਬ੍ਰਹਿਮੰਡ ਜਿੰਨਾ ਤੁਹਾਨੂੰ ਆਸੇ ਪਾਸੇ ਆਪਣੇ ਖਾਲੀ ਦਿਖਦਾ ਹੈ, ਠੀਕ ਹੈ, ਜੋ ਵੀ ਤੁਹਾਨੂੰ ਖਾਲੀ ਨਜ਼ਰ ਆਉਂਦਾ ਉਹ ਸਾਰਾ ਕੀ ਹੈ, ਬ੍ਰਹਿਮੰਡ ਹੈ, ਠੀਕ ਹੈ। ਹੁਣ ਬ੍ਰਹਿਮੰਡ ਦੇ ਵਿੱਚ ਕੀ ਹੈ, ਠੀਕ ਹੈ, ਬ੍ਰਹਿਮੰਡ ਸੂਰਜ, ਗ੍ਰਹਿ, ਧਰਤੀ, ਚੰਨ ਅਤੇ ਨਿੱਕੇ ਵੱਡੇ ਤਾਰੇ, ਧੂੜ ਅਤੇ ਗੈਸਾਂ ਆਦਿ ਵਿੱਚ ਬ੍ਰਹਿਮੰਡ ਵਿੱਚ ਸਥਿਤ ਹਨ। ਇਹਦੇ ਵਿੱਚ ਹੋਰ ਕੀ ਹੈਗੀਆਂ ਨੇ, ਗਲੈਕਸੀਆਂ ਵੀ ਨੇ, ਠੀਕ ਹੈ। ਗਲੈਕਸੀਆਂ ਵੀ ਬਹੁਤ ਸਾਰੀਆਂ ਹੈਗੀਆਂ ਨੇ, ਮੈਂ ਤੁਹਾਨੂੰ ਇਹਦੇ ਵਿੱਚ ਦਿਖਾਉਂਦਾ, ਠੀਕ ਹੈ, ਇਸ ਤਰੀਕੇ ਨਾਲ। ਠੀਕ ਹੈ, ਜੇ ਆਪਾਂ ਦੇਖੀਏ ਤਾਂ ਆਹ ਚੀਜ਼ ਤੁਹਾਨੂੰ ਨਜ਼ਰ ਆ ਰਹੀ ਹੋਣੀ ਆ, ਤੁਹਾਡੇ ਨਿੱਕੇ ਨਿੱਕੇ ਸਟਾਰ ਨੇ, ਇਹ ਜਿਹੜੇ ਤੁਹਾਨੂੰ ਦੇਖਣ ਨੂੰ ਸਟਾਰ ਲੱਗਦੇ ਪਏ ਆ, ਇਹ ਪਰ ਆਪਣੇ ਆਪ ਦੇ ਵਿੱਚ ਕੀ ਹੈ, ਇਹ ਆਪਣੇ ਆਪ ਦੇ ਵਿੱਚ ਕੀ ਹੈ, ਇੱਕ ਗਲੈਕਸੀ ਹੈ ਇਹ, ਠੀਕ ਹੈ। ਇਹ ਵੀ ਇੱਕ ਗਲੈਕਸੀ ਆ, ਇਹ ਤੁਹਾਨੂੰ ਜੋ ਨਜ਼ਰ ਆ ਰਹੀਆਂ ਨੇ ਇਹ ਵੀ ਤੁਹਾਡੇ ਕੋਲ ਆਪਣੇ ਆਪ ਦੇ ਵਿੱਚ ਕੀ ਹੈ, ਇੱਕ ਗਲੈਕਸੀ ਹੈ ਇਹ। ਆ ਕੀ ਆ, ਇੱਕ ਗਲੈਕਸੀ ਆ, ਠੀਕ ਹੈ ਨਾ। ਆ ਵੀ ਕੀ ਆ, ਗਲੈਕਸੀ ਆ। ਆ ਕੀ, ਇੱਕ ਗਲੈਕਸੀ ਆ। ਆ ਕੀ, ਇੱਕ ਗਲੈਕਸੀ ਆ। ਇਹ ਸਾਰੀਆਂ ਗਲੈਕਸੀਆਂ ਨੇ, ਇਹ ਸਾਰੀਆਂ ਮਤਲਬ ਜਿਹੜੀ ਸਾਡੀ ਗਲੈਕਸੀ ਆ ਉਹਦਾ ਨਾਮ ਕੀ ਆ, ਸਾਡੀ ਗਲੈਕਸੀ ਦਾ ਨਾਮ ਕੋਈ ਆਕਾਸ਼ ਗੰਗਾ ਹੈ, ਠੀਕ ਹੈ। ਇੱਦਾਂ ਮਤਲਬ ਬ੍ਰਹਿਮੰਡ, ਆ ਪੂਰਾ ਬ੍ਰਹਿਮੰਡ ਆ। ਬ੍ਰਹਿਮੰਡ ਕਿੱਡਾ ਵੱਡਾ ਹੈ ਕਿਸੇ ਨੂੰ ਨਹੀਂ ਪਤਾ ਹੈਗਾ, ਠੀਕ ਹੈ। ਬ੍ਰਹਿਮੰਡ ਦੇ ਵਿੱਚ ਕੀ ਹੈ, ਦੇਖੋ ਆ ਵੀ ਗਲੈਕਸੀ, ਅਤੇ ਗਲੈਕਸੀਆਂ ਵੀ ਬਹੁਤ ਤਰ੍ਹਾਂ ਦੀਆਂ ਨੇ, ਕੋਈ ਸਪਾਇਰਲ ਹੈ, ਕੋਈ ਕਿਸੇ ਤਰੀਕੇ ਦੀ ਹੈ, ਠੀਕ ਹੈ। ਗਲੈਕਸੀਆਂ ਵੀ ਬਹੁਤ ਤਰ੍ਹਾਂ ਦੀਆਂ ਨੇ, ਠੀਕ ਹੈ। ਪਰ ਜਿਹੜੀ ਸਾਡੀ ਗਲੈਕਸੀ ਹੈ ਉਹ ਸਪਾਇਰਲ ਹੈ। ਸਾਡੀ ਗਲੈਕਸੀ ਨੂੰ ਆਪਾਂ ਦੇਖਾਂਗੇ ਕਿਸ ਤਰੀਕੇ ਦੀ ਹੈਗੀ ਆ। ਤਾਂ ਜੇ ਆਪਾਂ ਮੰਨ ਲਈਏ ਵੀ ਬ੍ਰਹਿਮੰਡ ਕਿੱਡਾ ਵੱਡਾ ਹੈ, ਸਾਨੂੰ ਨਹੀਂ ਪਤਾ ਉਹਦੀ, ਵੈਸੇ ਦੀ ਅਸੀਂ ਨੋਨ ਯੂਨੀਵਰਸ ਬੋਲਦੇ ਹਾਂ, ਠੀਕ ਹੈ ਨਾ। ਅਸੀਂ ਨੋਨ ਯੂਨੀਵਰਸ ਬੋਲਦੇ ਹਾਂ ਵੀ ਸਾਨੂੰ ਇਹ ਜਿਹੜੀ ਯੂਨੀਵਰਸ ਸਾਨੂੰ ਪਤਾ ਹੈ ਸਾਰੀ ਕਿੱਡੀ ਵੱਡੀ ਹੈ, ਇਹਦੇ ਬਾਰੇ ਅਸੀਂ ਨਹੀਂ ਜਾਣਦੇ। ਮਤਲਬ ਬ੍ਰਹਿਮੰਡ ਬਾਰੇ ਤਾਂ ਪਤਾ ਹੀ ਨਹੀਂ ਕਿੱਡਾ ਵੱਡਾ ਹੈ, ਅਤੇ ਇਹਦੀ ਇੱਕ ਥਿਊਰੀ ਇਹ ਹੈਗੀ ਕਿ ਫੈਲ ਰਿਹਾ ਹੈ, ਲਗਾਤਾਰ ਫੈਲ ਰਿਹਾ ਹੈ, ਅਤੇ ਸਾਰੀਆਂ ਗਲੈਕਸੀਆਂ ਕੀ ਨੇ, ਇੱਕ ਦੂਜੇ ਤੋਂ ਦੂਰ ਜਾ ਰਹੀਆਂ ਨੇ, ਠੀਕ ਹੈ। ਤਾਂ ਜਿਹੜੀ ਇੱਕ ਗਲੈਕਸੀ ਹੈ ਇਹਦੇ ਵਿੱਚ ਕੀ ਆ, ਸਾਡਾ ਸੋਲਰ ਸਿਸਟਮ ਹੈ, ਠੀਕ ਹੈ। ਉਹ ਮੈਂ ਤੁਹਾਨੂੰ ਐਪ ਦੇ ਵਿੱਚ ਦਿਖਾਊਂਗਾ ਵੀ ਕਿਸ ਤਰੀਕੇ ਨਾਲ ਹੈਗਾ ਹੈ। ਅਤੇ ਜਿਹੜੀ ਸਾਡੀ ਗਲੈਕਸੀ ਆ ਉਹਦੇ ਬਾਰੇ ਦੇਖਦੇ ਹਾਂ ਕਿਸ ਤਰੀਕੇ ਨਾਲ ਦੀ ਸਾਡੀ ਗਲੈਕਸੀ ਕਿੱਦਾਂ ਦੀ ਆ, ਠੀਕ ਹੈ। ਤਾਂ ਆਹ ਸਾਡੀ ਮਿਲਕੀ ਵੇ ਹੈਗੀ ਆ, ਠੀਕ ਹੈ ਜੀ। ਮਿਲਕੀ ਵੇ ਜਿਹੜੀ ਸਾਡੀ ਹੈਗੀ ਆ, ਤਾਂ ਜਿਹੜੀ ਸਾਡੀ ਮਿਲਕੀ ਵੇ ਆ ਉਹਦਾ ਸਾਈਜ਼ ਕੀ ਹੈਗਾ ਹੈ, ਜੇ ਉਹਦੀ ਸਾਈਜ਼ ਦੀ ਅਸੀਂ ਗੱਲ ਕਰੀਏ ਤਾਂ ਉਹਦੀ 1 ਲੱਖ ਲਾਈਟ ਈਅਰ ਵੱਡੀ ਹੈ ਸਾਡੀ ਗਲੈਕਸੀ ਮਿਲਕੀ ਵੇ, ਐਡੀ ਵੱਡੀ ਆ। ਜੇ ਅਸੀਂ ਇੱਥੋਂ ਪਹਿਲੇ ਪੁਆਇੰਟ ਤੋਂ ਸਟਾਰਟ ਕਰਕੇ ਦੂਜੇ ਪੁਆਇੰਟ 'ਤੇ ਜਾਣਾ ਹੋਵੇ ਤਾਂ ਸਾਨੂੰ 1 ਲੱਖ ਲਾਈਟ ਈਅਰ ਲੱਗਣਗੇ। ਤਾਂ ਫਿਰ ਅੱਗੇ ਅਸੀਂ ਲਾਈਟ ਈਅਰ ਨੂੰ ਸਮਝਾਂਗੇ, ਲਾਈਟ ਈਅਰ ਕੀ ਹੁੰਦੇ ਆ। ਮਤਲਬ ਜੇ ਅਸੀਂ ਲਾਈਟ ਦੀ ਸਪੀਡ ਨਾਲ ਚੱਲਦੇ ਜਾਈਏ, ਠੀਕ ਹੈ, ਜੇ ਅਸੀਂ ਲਾਈਟ ਦੀ ਸਪੀਡ ਨਾਲ ਚੱਲਦੇ ਜਾਈਏ, ਮਤਲਬ ਲਾਈਟ 1 ਸੈਕਿੰਡ ਦੇ ਵਿੱਚ ਤੁਹਾਡੇ ਕੋਲ, ਠੀਕ ਹੈ, 3 ਲੱਖ ਕਿਲੋਮੀਟਰ ਪਰ ਸੈਕਿੰਡ 'ਤੇ ਜਾਂਦੀ ਹੈ, ਠੀਕ ਹੈ ਜੀ। ਅਤੇ ਜੇ ਅਸੀਂ ਇਹਦੇ ਸਪੀਡ 'ਤੇ ਵੀ ਜਾਣ ਲੱਗ ਜਾਈਏ ਤਾਂ ਵੀ ਕੀ ਆ, ਸਾਨੂੰ ਜਾਂਦੇ ਕਿੰਨਾ ਟਾਈਮ ਲੱਗਣਾ, 1 ਲੱਖ ਸਾਲ ਲੱਗਣਗੇ, 1 ਲੱਖ ਸਾਲ, ਠੀਕ ਹੈ। ਹੁਣ ਜਿਹੜੀ ਇੱਦਾਂ ਇਹ ਸਾਡੀ ਗਲੈਕਸੀ ਹੋ ਗਈ, ਇਹਦੇ ਵਿੱਚ ਜਿਹੜੀ ਬਾਹਰ ਨੇ, ਠੀਕ ਹੈ, ਇਹਦੀ ਸ਼ੇਪ ਕਰਕੇ ਇਹਨੂੰ ਸਪਾਇਰਲ ਕਿਹਾ ਜਾਂਦਾ ਹੈ, ਠੀਕ ਹੈ। ਇਸ ਤਰੀਕੇ ਨਾਲ ਇਹ ਸਪਾਇਰਲ ਗਲੈਕਸੀ ਆ। ਪਰ ਇੱਥੇ ਕਿਤੇ ਸਾਡਾ ਕੀ ਆ, ਸੋਲਰ ਸਿਸਟਮ ਆ ਇਹ ਗਲੈਕਸੀ ਦੇ ਵਿੱਚ, ਅਤੇ ਇੱਦਾਂ ਦੀਆਂ ਅਰਬਾਂ ਖਰਬਾਂ ਗਲੈਕਸੀਆਂ ਕੀ ਨੇ, ਬ੍ਰਹਿਮੰਡ ਦੇ ਵਿੱਚ ਨੇ। ਅਤੇ ਇੱਕ ਗਲੈਕਸੀ ਦੇ ਵਿੱਚ ਕੀ ਨੇ, ਅਰਬਾਂ ਖਰਬਾਂ ਹੀ ਕੀ ਨੇ, ਤਾਰੇ ਨੇ। ਤਾਰੇ ਦੇਖੋ, ਤਾਰੇ ਅਤੇ ਗ੍ਰਹਿਆਂ 'ਚ ਆਪਾਂ ਕਨਫਿਊਜ਼ਨ ਨਹੀਂ ਹੋਣਾ। ਤਾਰੇ ਉਹ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਰੋਸ਼ਨੀ ਹੁੰਦੀ ਹੈ। ਸੂਰਜ ਇੱਕ ਤਾਰਾ ਹੈ, ਠੀਕ ਹੈ। ਅਤੇ ਅਸੀਂ ਪੜ੍ਹਾਂਗੇ ਜਿਹੜਾ ਸਾਡਾ ਸੋਲਰ ਸਿਸਟਮ ਹੈ ਨਾ, ਸੂਰਜੀ ਪਰਿਵਾਰ ਹੈ, ਉਹਦੇ ਵਿੱਚ 8 ਗ੍ਰਹਿ ਨੇ ਤੁਹਾਡੇ ਕੋਲ, ਠੀਕ ਹੈ ਜੀ। 8 ਗ੍ਰਹਿ ਨੇ, 8 ਗ੍ਰਹਿਆਂ ਦੇ ਵਿੱਚ ਸਿਰਫ ਸੂਰਜ ਇੱਕ ਤਾਰਾ ਹੈ। ਉਸ ਤੋਂ ਬਾਅਦ ਜਿਹੜਾ ਦੂਜੇ ਦਾ ਨੇੜਾ ਵਾਲਾ ਤਾਰਾ ਹੈ, ਪ੍ਰੋਮਿਕਸਾ ਸੈਂਚੁਰੀ ਹੈ, ਉਹਦੇ ਬਾਰੇ ਪਤਾ ਕਰਾਂਗੇ, ਠੀਕ ਹੈ ਜੀ। ਮਤਲਬ ਜਿਹੜੇ ਤਾਰੇ ਨੇ, ਤਾਰੇ ਅਲੱਗ ਨੇ, ਤਾਰਿਆਂ ਦੀ ਰੋਸ਼ਨੀ ਆਪਣੀ ਖੁਦ ਹੁੰਦੀ ਹੈ,
ਗ੍ਰਹਿਆਂ ਦੀ ਆਪਣੀ ਰੋਸ਼ਨੀ ਖੁਦ ਨਹੀਂ ਹੁੰਦੀ ਹੈਗੀ। ਇਹ ਅੱਗੇ ਆਪਾਂ ਡੀਪ ਦੇ ਵਿੱਚ ਅੰਡਰਸਟੈਂਡ ਕਰਾਂਗੇ ਕਿਸ ਤਰੀਕੇ ਨਾਲ ਹੁੰਦਾ ਹੈ। ਠੀਕ ਹੈ ਜੀ। ਤਾਂ ਇਹ ਸਾਡੀ ਗਲੈਕਸੀ ਦਾ ਨਾਮ ਕੀ ਆ? ਮਿਲਕੀ ਵੇ। ਪਰ ਅਸੀਂ ਹਿੰਦੀ 'ਚ ਇਹਨੂੰ ਕੀ ਬੋਲਦੇ ਹਾਂ? ਆਕਾਸ਼ ਗੰਗਾ। ਅਤੇ ਆਕਾਸ਼ ਗੰਗਾ ਕਹਿਣ ਦਾ ਵੀ ਇਹਦੇ ਪਿੱਛੇ ਰੀਜ਼ਨ ਇਹ ਆ, ਗਲੈਕਸੀ ਬਾਰੇ ਪਤਾ ਲੱਗਿਆ। ਅਤੇ ਜੇ ਆਪਣੀ ਧਰਤੀ ਤੋਂ ਆਪਾਂ ਖੜ੍ਹ ਕੇ ਦੇਖੀਏ, ਆਪਣੀ ਧਰਤੀ ਤੋਂ ਆਪਾਂ ਜੇ ਖੜ੍ਹੇ ਹੋ ਕੇ ਦੇਖਦੇ ਹਾਂ ਤਾਂ ਸਾਨੂੰ ਕੀ ਦਿਖਦਾ? ਇੱਦਾਂ ਆਹ ਚੀਜ਼ ਦਿਖਦੀ ਹੈ, ਚੀਜ਼ ਇੱਦਾਂ ਤਾਰਿਆਂ ਦੀ ਨਾ। ਆਹ ਸਾਨੂੰ ਜਿਹੜੀ ਅਸੀਂ ਸਪਾਇਰਲ ਦੇਖ ਕੇ ਆਏ ਸੀ ਇੱਦਾਂ ਗਲੈਕਸੀ ਦੀ, ਆਹ ਚੀਜ਼ ਇੱਦਾਂ ਦਿਖਦੀ ਸੀ ਨਾ ਸਪਾਇਰਲ। ਆਹ ਚੀਜ਼ ਅਸੀਂ ਦੇਖਦੇ ਪਏ ਸੀ, ਆਮ ਦੇਖ ਕੇ ਆਏ ਸੀ, ਇਹਨੂੰ ਆਰਮ ਬੋਲਦੇ, ਵੀ ਬਾਂਹ ਬੋਲ ਦਿੰਦੇ, ਉਹਦੀ ਬਾਂਹ ਹੈ। ਆਹ ਚੀਜ਼ ਉਹੀ ਚੀਜ਼ ਹੈ, ਸਾਨੂੰ ਧਰਤੀ ਤੋਂ ਖੜ੍ਹ ਕੇ ਆਹ ਚੀਜ਼ ਦਿਖਦੀ ਆ। ਤਾਂ ਲੋਕ ਕੀ ਆਪਣੇ ਇੰਡੀਆ ਦੇ ਵਿੱਚ ਕੀ ਕਹਿੰਦੇ ਸੀਗੇ, ਜਿਵੇਂ ਆਪਣੇ ਧਰਤੀ 'ਤੇ ਇੱਕ ਗੰਗਾ ਵਹਿੰਦੀ ਆ, ਅਸਮਾਨ ਦੇ ਵਿੱਚ ਵੀ ਕੀ ਹੈ, ਇੱਕ ਤਾਰਿਆਂ ਦੀ ਕੀ ਹੈ, ਇੱਕ ਗੰਗਾ ਵਹਿੰਦੀ ਆ। ਠੀਕ ਹੈ, ਤਾਰਿਆਂ ਦੀ ਕੀ ਹੈ, ਇੱਕ ਗੰਗਾ ਵਹਿੰਦੀ ਹੈ। ਇਸ ਕਰਕੇ ਇਹਦਾ ਨਾਮ ਕੀ ਰੱਖਿਆ ਹੋਇਆ? ਆਕਾਸ਼ ਗੰਗਾ। ਠੀਕ ਹੈ ਜੀ। ਇਹ ਤਾਰਿਆਂ ਦੀ ਗੰਗਾ ਹੈ, ਮਤਲਬ ਤਾਰੇ ਆ, ਜਿਵੇਂ ਪਾਣੀ ਵਹਿੰਦਾ ਹੈ, ਬਹੁਤ ਸਾਰੇ ਪਾਣੀ ਆ, ਉੱਦਾਂ ਹੀ ਬਹੁਤ ਸਾਰੇ ਤਾਰੇ ਨੇ ਇੱਥੇ, ਬਹੁਤ ਸਾਰੇ ਤਾਰੇ ਨੇ, ਅਰਬਾਂ ਖਰਬਾਂ ਤਾਰੇ ਨੇ। ਇਸ ਕਰਕੇ ਇਹਦਾ ਕੀ ਨਾਮ ਰੱਖਤਾ? ਮਿਲਕੀ ਵੇ। ਠੀਕ ਹੈ ਜੀ। ਉਹ ਤਾਂ ਮਿਲਕੀ ਵੇ ਬੋਲਦੇ ਨੇ, ਆਪਾਂ ਕੀ ਬੋਲ ਦਿੰਦੇ ਹਾਂ? ਆਕਾਸ਼ ਗੰਗਾ ਬੋਲ ਦਿੰਦੇ ਹਾਂ। ਠੀਕ ਹੈ ਜੀ। ਇਹ ਸਾਡੀ ਹੋ ਗਈ। ਉਸ ਤੋਂ ਬਾਅਦ ਅਸੀਂ ਪਲੈਨਟ ਬਾਰੇ ਸਮਝਾਂਗੇ, ਪਲੈਨਟ ਸਾਡੇ ਕੋਲ ਕਿੰਨਾ ਹੈਗੇ ਨੇ, ਇਹ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਆਪਾਂ ਵਾਪਸ ਬੁੱਕ 'ਤੇ ਆਉਂਦੇ ਹਾਂ। ਹੁਣ ਬ੍ਰਹਿਮੰਡ ਕੀ ਹੈ? ਜੇ ਤੁਹਾਡਾ ਕੋਈ ਬ੍ਰਹਿਮੰਡ ਪੁੱਛੇ ਬ੍ਰਹਿਮੰਡ ਕੀ ਹੈ, ਇਹ ਤਾਂ ਨਹੀਂ ਪਤਾ, ਪਰ ਬ੍ਰਹਿਮੰਡ ਦੇ ਵਿੱਚ ਕੀ ਹੈ ਇਹ ਸਾਨੂੰ ਪਤਾ ਹੈ। ਬ੍ਰਹਿਮੰਡ ਦੇ ਵਿੱਚ ਕੀ ਨੇ? ਅਰਬਾਂ ਖਰਬਾਂ ਕੀ ਨੇ? ਗਲੈਕਸੀਆਂ ਨੇ। ਠੀਕ ਹੈ। ਅਤੇ ਹਰੇਕ ਗਲੈਕਸੀ ਕੀ ਨੇ? ਅਰਬਾਂ ਖਰਬਾਂ ਤਾਰੇ ਨੇ, ਗ੍ਰਹਿ ਨੇ। ਸੂਰਜ, ਜਿਹੜਾ ਸੂਰਜ ਹੈ ਉਹ ਇੱਕ ਤਾਰਾ ਹੈ, ਇੰਨੀ ਗੱਲ ਯਾਦ ਰੱਖਣੀ ਹੈ। ਸੂਰਜ ਕੀ ਇੱਕ ਤਾਰਾ ਹੈ। ਧਰਤੀ, ਗ੍ਰਹਿ, ਚੰਨ ਅਤੇ ਨਿੱਕੇ ਵੱਡੇ ਤਾਰੇ, ਧੂੜ ਅਤੇ ਗੈਸ ਆਦਿ ਬ੍ਰਹਿਮੰਡ ਵਿੱਚ ਸਥਿਤ ਹਨ। ਧੂੜ ਗੈਸ ਤੋਂ ਹੀ ਕੀ ਹੈ ਸਾਡੀ ਉਤਪਤੀ ਹੋਈ ਹੈ, ਜਿਹੜੀ ਮਤਲਬ ਸਾਡੀ ਨਹੀਂ, ਜਿਹੜੀ ਗਲੈਕਸੀਆਂ ਦੀ ਉਤਪਤੀ ਧੂੜ ਕਣਾਂ ਤੋਂ ਹੀ ਬਣੀ ਹੈ। ਜਦੋਂ ਅਸੀਂ 11ਵੀਂ ਜਾ ਕੇ ਜਿਓਗ੍ਰਾਫੀ ਨੂੰ ਪੜ੍ਹਦੇ ਹਾਂ ਫਿਰ ਸਾਨੂੰ ਡੀਪਲੀ ਪਤਾ ਲੱਗ ਜਾਂਦਾ ਹੈ। ਇਹ ਬ੍ਰਹਿਮੰਡ ਇੰਨਾ ਵੱਡਾ ਹੈ ਕਿ ਇਸ ਦੇ ਆਕਾਰ ਬਾਰੇ ਆਮ ਜਿਹਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿੱਡਾ ਵੱਡਾ, ਪਰ ਫਿਰ ਵੀ ਅਸੀਂ ਤੁਸੀਂ YouTube 'ਤੇ ਬਹੁਤ ਸਾਰੀਆਂ ਵੀਡੀਓ ਦੇਖ ਲਾਂਗੇ ਜੇ ਤੁਹਾਨੂੰ ਪਤਾ ਲੱਗ ਜਾਊਗਾ। ਤਾਂ ਬ੍ਰਹਿਮੰਡ ਦੇ ਵਿੱਚ ਕੀ ਨੇ? ਅਰਬਾਂ ਖਰਬਾਂ ਆਕਾਸ਼ ਗੰਗਾਵਾਂ। ਠੀਕ ਹੈ। ਪਰ ਅਸੀਂ ਸਿੱਧਾ ਇੱਥੇ ਆ ਗਏ। ਇੱਥੇ ਮਤਲਬ ਇਹ ਨਹੀਂ ਕਿ ਬ੍ਰਹਿਮੰਡ ਦੇ ਵਿੱਚ ਇੱਕ ਗਲੈਕਸੀ ਆਕਾਸ਼ ਗੰਗਾ ਹੈ, ਅਰਬਾਂ ਖਰਬਾਂ ਨੇ। ਠੀਕ ਹੈ ਜੀ। ਬਹੁਤ ਨੇ, ਅਨੰਤ ਨੇ, ਸਾਨੂੰ ਪਤਾ ਹੀ ਨਹੀਂ, ਅਸੀਂ ਅਨੰਤ ਬੋਲ ਦਿੰਦੇ ਹਾਂ, ਕਿੰਨੀਆਂ ਨੇ ਪਤਾ ਹੀ ਨਹੀਂ ਗਿਆ। ਪਰ ਜਿਹੜੀ ਸਾਡੀ ਗਲੈਕਸੀ ਆ ਉਹਦਾ ਨਾਮ ਕੀ ਆ? ਆਕਾਸ਼ ਗੰਗਾ। ਆਕਾਸ਼ ਗੰਗਾ ਦੇ ਵਿੱਚ ਅਸੀਂ ਬੇਸਿਕਲੀ ਕਿਸ ਚੀਜ਼ ਨੂੰ ਪੜ੍ਹਨਾ ਹੈ? ਤਾਂ ਜਿਹੜੀ ਸਾਡੀ ਆਕਾਸ਼ ਗੰਗਾ ਹੈ ਇਸ ਤਰ੍ਹਾਂ ਦੀ, ਇਸ ਤਰੀਕੇ ਦੀ ਹੈ, ਫੋਟੋ ਤੁਸੀਂ ਦੇਖ ਲਈ ਹੋਈ ਹੈ। ਠੀਕ ਹੈ। ਅਸੀਂ ਕਿਸ ਚੀਜ਼ ਨੂੰ ਪੜ੍ਹਨਾ? ਸੂਰਜੀ ਪਰਿਵਾਰ ਨੂੰ ਪੜ੍ਹਨਾ। ਤਾਂ ਸੂਰਜੀ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ? ਸਭ ਤੋਂ ਪਹਿਲਾਂ ਤਾਂ ਇੱਕ ਸੂਰਜ ਹੀ ਆ। ਠੀਕ ਹੈ ਜੀ। ਆਪਾਂ ਇੱਥੇ ਲਿਖ ਦਈਏ ਸੂਰਜੀ ਪਰਿਵਾਰ ਦੇ ਵਿੱਚ, ਹੁਣ ਸੂਰਜ ਤਾਂ ਹੋਊਗਾ ਨਾ, ਅਤੇ ਉਹਦਾ ਅੱਗੇ ਜਿਹੜਾ ਪਰਿਵਾਰ ਉਹਦੇ ਵਿੱਚ ਕੀ ਹੈ? ਗ੍ਰਹਿ ਅਤੇ ਉਪਗ੍ਰਹਿ। ਠੀਕ ਹੈ। ਸੂਰਜੀ ਪਰਿਵਾਰ ਦੇ ਵਿੱਚ ਹੈ ਨਾ ਗ੍ਰਹਿ, ਉਪਗ੍ਰਹਿ। ਗ੍ਰਹਿ ਕਿਹੜੇ ਹੋਣਗੇ? ਜਿਹੜੇ ਉਹਦੇ ਆਸੇ ਪਾਸੇ ਘੁੰਮਦੇ ਨੇ, ਛੋਟੇ ਗ੍ਰਹਿ ਨੇ, ਪੁੱਛਲ ਤਾਰੇ। ਠੀਕ ਹੈ। ਧੂਮਕੇਤੂ ਨੇ। ਉਲਕਾ ਅਤੇ ਉਲਕਾ ਪਿੰਡ, ਇਹ ਦੋਨਾਂ 'ਚ ਫਰਕ ਹੈ। ਉਲਕਾ ਪਿੰਡ ਦੇ ਵਿੱਚ ਫਰਕ ਹੈ। ਕਿਸ ਤਰੀਕੇ ਨਾਲ ਅਸੀਂ ਫਰਕ ਰੱਖਿਆ ਹੋਇਆ ਹੈ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਹਿੰਦਾ ਆਕਾਸ਼ ਵਿੱਚ ਧਰਤੀ ਉੱਪਰ ਲਿਖੇ ਸੂਰਜ, ਗ੍ਰਹਿ, ਚੰਨ ਅਤੇ ਨਿੱਕੇ ਵੱਡੇ ਅਣਗਿਣਤ ਤਾਰੇ ਚਮਕਦੇ ਤਾਰਿਆਂ ਨੂੰ ਰਲਵੇਂ ਤੌਰ 'ਤੇ ਖਗੋਲ ਪਿੰਡ ਆਖਦੇ ਹਨ। ਠੀਕ ਹੈ। ਇੱਥੇ ਅਸੀਂ ਕੀ ਕਹਿੰਦੇ ਉਹਨਾਂ ਨੂੰ? ਪਿੰਡ ਬੋਲਤਾ। ਠੀਕ ਹੈ। ਉੱਦਾਂ ਮਤਲਬ ਪਿੰਡ ਜਿਹੜਾ ਸ਼ਬਦ ਆ ਹੈ ਨਾ, ਪਿੰਡਾ ਆਪਾਂ ਪੰਜਾਬੀ 'ਚ ਬੋਲਦੇ ਨਾ, ਪਿੰਡਾ। ਆਪਣੇ ਸਰੀਰ ਨੂੰ ਕੀ ਬੋਲਦੇ ਆ? ਪਿੰਡਾ, ਹੈ ਨਾ ਪੰਜਾਬੀ ਦੇ ਵਿੱਚ, ਬੋਡੀ ਦੇ ਲਈ। ਤਾਂ ਇਹਦੋਂ ਕੀ ਬੋਲ ਸਕਦੇ ਆ ਵੀ ਇਹ ਬੋਡੀ ਆ। ਠੀਕ ਹੈ ਨਾ, ਬੋਡੀ ਦੇ ਲਈ ਪਿੰਡ। ਅਤੇ ਪਿੰਡਾਂ ਤੋਂ ਪਿੰਡ, ਉਸ ਤਰੀਕੇ ਨਾਲ ਹੀ ਸ਼ਬਦ ਆਇਆ ਹੈ ਪਿੰਡੇ ਤੋਂ, ਮਤਲਬ ਕਿਸੇ ਇੱਕ ਚੀਜ਼ ਨੂੰ ਦਰਸਾਉਣ ਦੇ ਲਈ, ਉਹਦੀ ਹੋਂਦ ਨੂੰ ਦਰਸਾਉਣ ਦੇ ਲਈ ਕੋਈ ਚੀਜ਼ ਹੈਗੀ ਆ। ਤਾਂ ਖਗੋਲ ਪਿੰਡ ਆਖਦੇ ਨੇ। ਖਗੋਲ ਕਿਹਦੇ ਲਈ ਰਿਲੇਟਿਡ ਹੈ? ਸਪੇਸ ਦੇ ਨਾਲ ਰਿਲੇਟਿਡ ਹੈ। ਠੀਕ ਹੈ। ਤਾਂ ਪਿੰਡ ਮਤਲਬ ਇੱਥੇ ਪਿੰਡ ਮਤਲਬ ਜਿਹੜਾ ਆਪਣਾ ਜਿਵੇਂ ਅਸੀਂ ਪਿੰਡ ਬੋਲਦੇ ਹਾਂ ਉੱਦਾਂ ਪਿੰਡ ਨਹੀਂ ਹੈਗਾ ਇਹ, ਹੈ ਨਾ। ਤੂੰ ਕਿਹੜੇ ਪਿੰਡ ਤੋਂ ਰਹਿੰਦਾ ਹੈ ਉੱਦਾਂ ਨਹੀਂ। ਇੱਥੇ ਦਾ ਮਤਲਬ ਕੀ ਹੈ? ਕੋਈ ਬੋਡੀ ਹੈ ਜਾਂ ਕੋਈ ਕੀ ਹੈ? ਆਬਜੈਕਟ ਹੈ। ਆਬਜੈਕਟ ਦਾ ਮਤਲਬ ਵੀ ਕੋਈ ਚੀਜ਼ ਹੈ। ਠੀਕ ਹੈ। ਜੇ ਆਪਾਂ ਪੰਜਾਬੀ 'ਚ ਕੀ ਹੈ, ਅੰਗਰੇਜ਼ੀ 'ਚ ਆਬਜੈਕਟ ਵਰਡ ਕਿਸ ਲਈ ਚੂਜ਼ ਕੀਤਾ ਜਾਂਦਾ ਹੈ? ਆਪਾਂ ਯੂਜ਼ ਕਰਦੇ ਹਾਂ ਕੋਈ ਚੀਜ਼ ਦੇ ਲਈ। ਤਾਂ ਕੀ ਹੈ? ਕੋਈ ਚੀਜ਼ ਹੈ, ਪਰ ਉਹ ਕੀ ਹੈ? ਕੋਈ ਪਿੰਡ ਹੈ, ਕੋਈ ਬੋਡੀ ਹੈ, ਖਗੋਲ ਬੋਡੀ ਹੈ। ਧਰਤੀ ਵੀ ਆਪਣੇ ਆਪ ਦੇ ਵਿੱਚ ਕੁਛ ਹੈ ਨਾ। ਠੀਕ ਹੈ। ਸੂਰਜ ਵੀ ਆਪਣੇ ਵਿੱਚ ਕੁਛ ਹੈ ਨਾ। ਠੀਕ ਹੈ। ਤਾਂ ਅਸੀਂ ਨਾਮ ਇਹਦਾ ਸੂਰਜ ਰੱਖਤਾ ਨਾ, ਇਹਦਾ ਨਾਮ ਅਸੀਂ ਧਰਤੀ ਰੱਖਤਾ ਨਾ, ਫਿਰ ਕਿਸੇ ਚੀਜ਼ ਦਾ ਨਾਮ ਅਸੀਂ ਮੰਗਲ ਰੱਖਤਾ ਨਾ, ਪਰ ਆਪਣੇ ਆਪ ਦੇ ਵਿੱਚ ਕੀ ਨੇ? ਪਿੰਡ ਨੇ। ਠੀਕ ਹੈ। ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਖਗੋਲ। ਇਹ ਪੰਜਾਬੀ ਦਾ ਸ਼ਬਦ ਆ। ਪੰਜਾਬੀ ਜੇ ਆਪਾਂ ਲੈਂਗੁਏਜ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੂਗਾ ਵੀ ਪਿੰਡ ਸ਼ਬਦ ਕਿੱਥੋਂ ਆਇਆ, ਪਿੰਡ ਦੀ ਹੋਂਦ ਕੀ ਹੈ ਸ਼ਬਦ ਦੀ। ਠੀਕ ਹੈ ਨਾ। ਅਤੇ ਪਿੰਡਾ ਹੈ ਉਹਨੂੰ ਆਪਾਂ ਬੋਡੀ ਬੋਲ ਸਕਦੇ ਹਾਂ ਇਸ ਤਰੀਕੇ ਨਾਲ। ਠੀਕ ਹੈ ਜੀ। ਖਗੋਲ ਆਪਣੇ ਆਪ ਦੇ ਵਿੱਚ ਕੀ ਹੈ? ਆਕਾਸ਼ ਜਾਂ ਪੁਲਾੜ ਨਾਲ ਸੰਬੰਧਿਤ ਹੈ। ਇਸ ਨੂੰ ਅਧਿਐਨ ਕਰਨ ਵਾਲੇ ਮਨੁੱਖਾਂ ਨੂੰ ਖਗੋਲ ਵਿਗਿਆਨੀ ਆਖਦੇ ਹਨ। ਠੀਕ ਹੈ। ਤਾਂ ਜਿਵੇਂ ਭੂਗੋਲ ਹੈ, ਜਿਵੇਂ ਸਾਡੇ ਕੋਲ ਜੇ ਧਰਤੀ ਨੂੰ ਤੁਸੀਂ ਪੜ੍ਹਨਾ ਤਾਂ ਭੂਗੋਲ, ਜੇ ਆਕਾਸ਼ ਨੂੰ ਪੜ੍ਹਨਾ ਤਾਂ ਖਗੋਲ। ਠੀਕ ਹੈ। ਆਕਾਸ਼ ਜਾਂ ਪੁਲਾੜ ਨਾਲ ਸੰਬੰਧਿਤ ਹੈ। ਪੁਲਾੜ ਕੀ ਹੈ ਤੁਹਾਡੇ ਕੋਲ? ਸਪੇਸ। ਆਕਾਸ਼ ਕੀ ਆ? ਆਕਾਸ਼ ਅਸੀਂ ਸਕਾਈ ਕਹਿੰਦੇ ਹਾਂ, ਸਪੇਸ ਨਹੀਂ ਕਹਿੰਦੇ। ਸਕਾਈ ਜਿਹੜਾ ਸਮਾਨ ਸਾਨੂੰ ਨੀਲਾ ਨੀਲਾ ਦਿਖਦਾ ਹੈ, ਧਰਤੀ ਦੇ ਆਸੇ ਪਾਸੇ ਜੋ ਨੀਲਾ ਨੀਲਾ ਹੈਗਾ ਨਜ਼ਰ ਆਉਂਦਾ, ਉਹਨੂੰ ਅਸੀਂ ਆਕਾਸ਼ ਬੋਲਦੇ ਹਾਂ। ਪਰ ਧਰਤੀ ਦੇ ਤੁਹਾਨੂੰ ਮੈਪ 'ਚ ਦਿਖਾਇਆ ਸੀ, ਧਰਤੀ ਦੇ ਆਸੇ ਪਾਸੇ ਵੀ ਕਿੰਨੀ ਖਾਲੀ ਜਗ੍ਹਾ ਹੈ, ਸਾਡੀ ਹਵਾ 'ਚ ਲਟਕੀ ਹੋਈ ਹੈ ਨਾ ਧਰਤੀ, ਉਹ ਸਾਰਾ ਕੀ ਆ? ਉਹ ਪੁਲਾੜ ਹੈ। ਠੀਕ ਹੈ ਨਾ। ਤਾਂ ਜੇ ਤੁਸੀਂ ਆਕਾਸ਼ ਨਾਲ ਸੰਬੰਧਿਤ ਜਾਂ ਪੁਲਾੜ ਨਾਲ ਪੜ੍ਹਨਾ ਹੈ ਤਾਂ ਖਗੋਲ, ਭੂਮੀ ਦੇ ਨਾਲ ਪੜ੍ਹਨਾ, ਧਰਤੀ ਨਾਲ ਪੜ੍ਹਨਾ ਹੈ, ਠੀਕ ਹੈ, ਤਾਂ ਭੂਗੋਲ।
ਇਸ ਨੂੰ ਅਧਿਐਨ ਕਰਨ ਵਾਲੇ ਮਨੁੱਖਾਂ ਨੂੰ ਖਗੋਲ ਵਿਗਿਆਨੀ ਆਖਦੇ ਹਨ। ਤੁਸੀਂ ਅਮਰੀਕਾ ਵਿੱਚ ਵਸਦੀ ਰਹੀ ਭਾਰਤ ਦੀ ਧੀ ਸਵਰਗਵਾਸੀ ਕਲਪਨਾ ਚਾਵਲਾ ਦਾ ਤਾਂ ਨਾਂ ਸੁਣਿਆ ਹੀ ਹੋਵੇਗਾ। ਠੀਕ ਹੈ ਜੀ, ਇਹ ਕਲਪਨਾ ਚਾਵਲਾ ਦੇ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰੋ। ਠੀਕ ਹੈ, ਇਹਦੇ ਬਾਰੇ ਤੁਹਾਨੂੰ ਮਤਲਬ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕੌਣ ਸੀ। ਠੀਕ ਹੈ, ਉਹ ਖਗੋਲ ਵਿਗਿਆਨੀ ਸੀ ਅਤੇ ਪੁਲਾੜ ਦੀ ਯਾਤਰੀ ਵੀ ਸੀਗੀ। ਠੀਕ ਹੈ, ਬਟ ਇਹ ਹੁਣ ਇਸ ਟਾਈਮ ਇਸ ਦੁਨੀਆ 'ਤੇ ਨਹੀਂ ਹੈ, ਪਰ ਇਹਦੇ ਬਾਰੇ ਜਾ ਕੇ ਤੁਹਾਨੂੰ ਜਾਣਨਾ ਚਾਹੀਦਾ। ਠੀਕ ਹੈ, ਹਰਿਆਣਾ ਦੀ ਸੀ ਸ਼ਾਇਦ ਮੇਰੇ ਖਿਆਲ ਨਾਲ, ਅਤੇ ਇਹਦੇ ਬਾਰੇ ਜ਼ਰੂਰ ਸਟੱਡੀ ਕਰੋ ਤੁਸੀਂ। ਪਹਿਲੇ ਨਜ਼ਰੇ ਇੰਝ ਲੱਗਦਾ ਹੈ ਕਿ ਸਾਰੇ ਖਗੋਲ ਪਿੰਡ, ਹੁਣ ਅਸੀਂ ਇੱਥੇ ਵਰਡ ਕੀ ਯੂਜ਼ ਕਰਦੇ ਪਏ ਖਗੋਲ ਪਿੰਡ, ਹੁਣ ਅਸੀਂ ਇੱਦਾਂ ਇਹ ਨਹੀਂ ਕਹਾਂਗੇ ਤਾਰੇ। ਠੀਕ ਹੈ, ਤਾਰੇ, ਧੂਮਕੇਤੂ, ਸੂਰਜ, ਅਸੀਂ ਸਾਰੇ ਲਈ ਇੱਕ ਵਰਡ ਰੱਖ ਲਿਆ, ਖਗੋਲ ਪਿੰਡ ਰੱਖ ਲਿਆ। ਠੀਕ ਹੈ, ਆਪਣੀ ਰੋਸ਼ਨੀ ਨਾਲ ਚਮਕਦੇ ਹਨ। ਕਹਿੰਦੇ ਅਜਿਹਾ ਨਹੀਂ ਹੈ, ਕੁਝ ਪਿੰਡ ਦੂਸਰੇ ਤਾਰਿਆਂ ਦੀ ਰੋਸ਼ਨੀ ਕਰਕੇ ਚਮਕਦੇ ਹਨ। ਕਿਉਂ? ਜਦੋਂ ਮੰਨ ਲਓ ਜਿਹੜਾ ਚੰਦਰਮਾ ਸਾਨੂੰ ਚਮਕਦਾ ਦਿਖਦਾ ਹੈ, ਕਿਉਂ ਦਿਖਦਾ ਹੈ? ਅਸੀਂ ਇੱਥੇ ਆਹ ਧਰਤੀ ਹੈ ਸਾਡੀ। ਠੀਕ ਹੈ, ਜਦੋਂ ਸੂਰਜ ਦੀ ਰੋਸ਼ਨੀ ਟਕਰਾ ਕੇ ਚੰਦਰਮਾ ਤੋਂ ਧਰਤੀ 'ਤੇ ਆਉਂਦੀ ਹੈ ਅਤੇ ਸਾਨੂੰ ਕੁਛ ਇਹਦੇ ਲਈ ਪਹਿਲਾ ਕੁਐਸਚਨ ਇਹ ਆ ਗਿਆ, ਸਾਨੂੰ ਦਿਖਦਾ ਕਿਉਂ ਹੈ? ਕੁਛ ਸਾਨੂੰ ਦਿਖਦਾ ਕਿਉਂ ਹੈ? ਸਾਨੂੰ ਇਸ ਕਰਕੇ ਦਿਖਦਾ ਹੈ, ਜਦੋਂ ਕੋਈ ਚੀਜ਼ ਜਦੋਂ ਲਾਈਟ ਕਿਸੇ ਚੀਜ਼ 'ਤੇ ਟਕਰਾ ਕੇ ਸਾਡੀ ਅੱਖਾਂ ਦੀ ਪੁਤਲੀ 'ਤੇ ਪਹੁੰਚਦੀ ਹੈ, ਪੁਤਲੀ ਤੋਂ ਬਾਅਦ ਉਹ ਸਾਡੇ ਬ੍ਰੇਨ ਦੇ ਜਿਹੜੀ ਨਰਵ ਲੱਗੀ ਹੈ ਬ੍ਰੇਨ ਤੱਕ ਪਹੁੰਚਦੀ ਆ, ਫਿਰ ਸਾਨੂੰ ਚੀਜ਼ ਦਿਖਦੀ ਹੈ। ਮਤਲਬ ਸਾਨੂੰ ਕੋਈ ਚੀਜ਼ ਕਿਸ ਕਰਕੇ ਦਿਖਦੀ ਹੈ? ਲਾਈਟ ਉੱਤੋਂ ਟਕਰਾ ਕੇ ਜਦੋਂ ਸਾਡੀ ਅੱਖ 'ਤੇ ਪਹੁੰਚਦੀ ਹੈ ਤਾਂ ਉਹਦਾ ਪ੍ਰਤੀਬਿੰਬ ਬਣਦਾ ਹੈ। ਠੀਕ ਹੈ, ਇਹ ਤੁਸੀਂ ਲਾਈਟ ਵਾਲੇ ਚੈਪਟਰ 'ਚ ਪੜ੍ਹੋਗੇ, ਆਪਟੀਕਲ ਵਾਲੇ ਚੈਪਟਰ 'ਚ ਪੜ੍ਹੋਗੇ, ਤੁਹਾਨੂੰ ਜਾ ਕੇ ਸਮਝ ਆ ਜਾਏਗਾ। ਤਾਂ ਮਤਲਬ ਕੋਈ ਚੀਜ਼ ਚਮਕਦੀ ਕਿਉਂ ਆ? ਜਦੋਂ ਰੋਸ਼ਨੀ ਟੱਕੀਆਂ ਦੀ ਟਕਰਾ ਕੇ ਆਉਂਦੀ ਹੈ, ਉਹਦੇ ਇੱਕ ਦੂਸਰੇ ਦੀ ਰੋਸ਼ਨੀ ਕਰਕੇ ਚਮਕਦੀ ਹੈ। ਪਰ ਤਾਰਿਆਂ ਦੀ, ਜਿਹੜੇ ਤਾਰੇ ਨੇ ਨਾ ਜੀ, ਲਾਈਕ ਸੂਰਜ ਇੱਕ ਤਾਰਾ ਹੈ, ਤਾਰੇ ਦੀ ਖੁਦ ਆਪਣੀ ਰੋਸ਼ਨੀ ਹੁੰਦੀ ਹੈ, ਬਾਕੀ ਹੋਰ ਕਿਸੇ ਦੀ ਆਪਣੀ ਰੋਸ਼ਨੀ ਨਹੀਂ ਹੈਗੀ। ਸੂਰਜ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ। ਠੀਕ ਹੈ, ਇਹ ਲਾਈਨ ਬਹੁਤ ਇੰਪੋਰਟੈਂਟ ਹੈ। ਸੂਰਜ ਕੀ ਆ? ਸੂਰਜ ਧਰਤੀ ਦੇ ਨੇੜੇ, ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ। ਮਤਲਬ ਸੂਰਜ ਕੀ ਹੈ? ਸੂਰਜ ਇੱਕ ਤਾਰਾ ਹੈ। ਸੂਰਜ ਗ੍ਰਹਿ ਹੈ? ਨਹੀਂ। ਸੂਰਜ ਧੂਮਕੇਤੂ ਹੈ? ਨਹੀਂ। ਸੂਰਜ ਕੀ ਆ? ਇੱਕ ਤਾਰਾ ਹੈ, ਜਿਹਦੀ ਆਪਣੀ ਖੁਦ ਦੀ ਰੋਸ਼ਨੀ ਆ। ਠੀਕ ਹੈ ਨਾ, ਸ਼ਾਮ ਨੂੰ ਢਲਦਾ ਹੋਇਆ ਸੂਰਜ ਦੇਖਿਓ, ਕੋਠੇ 'ਤੇ ਖੜੇ ਹੋ ਕੇ ਜਾਂ ਕਿਤੇ ਵੀ ਪਾਰਕ ਦੇ ਵਿੱਚ, ਤੈਨੂੰ ਧਿਆਨ ਨਾਲ ਦੇਖਿਓ, ਜਾਂ ਸਵੇਰੇ ਉੱਗਦੇ ਹੋਏ ਸੂਰਜ ਨੂੰ ਦੇਖਿਓ, ਅਤੇ ਇਹਦੇ ਬਾਰੇ ਸੋਚਿਓ, ਦੇਖ ਕੇ ਉਹਦੇ ਬਾਰੇ ਵੀ ਇਹ ਤਾਰਾ ਹੈ। ਤਾਂ ਬਾਕੀ ਹੋਰ ਤੁਹਾਨੂੰ ਕਿਸੇ ਜਦੋਂ ਰਾਤ ਨੂੰ ਤੁਹਾਨੂੰ ਨਜ਼ਰ ਆਉਂਦੀਆਂ ਨੇ ਹੈ ਨਾ ਚਮਕਦੇ ਚੀਜ਼ਾਂ ਵਾ, ਉਹਦੇ ਵਿੱਚ ਕੁਝ ਤਾਰੇ ਨੇ, ਕੁਝ ਗ੍ਰਹਿ ਨੇ, ਉਹ ਖੁਦ ਨਹੀਂ ਚਮਕਦੇ, ਕਿਸੇ ਦੀ ਰੋਸ਼ਨੀ ਨਾਲ ਚਮਕਦੇ ਨੇ। ਕੁਛ ਤੁਹਾਨੂੰ ਸੈਟੇਲਾਈਟ ਵੀ ਨਜ਼ਰ ਆਉਣਗੇ, ਉਪਗ੍ਰਹਿ ਵੀ ਨਜ਼ਰ ਆਉਣਗੇ, ਉਹ ਆਰਟੀਫਿਸ਼ੀਅਲ ਸੈਟੇਲਾਈਟ ਵੀ ਹੋਣਗੇ। ਹੁਣ ਚੰਦਰਮਾ ਕੀ ਆ? ਉਹ ਇੱਕ ਉਪਗ੍ਰਹਿ ਆ, ਕਿਉਂਕਿ ਧਰਤੀ ਦੇ ਜਿਹੜੇ ਤਾਂ ਸੂਰਜ ਦੇ ਆਸੇ-ਪਾਸੇ ਪਰਿਕਰਮਾ ਕਰਦੇ ਨੇ ਉਹ ਗ੍ਰਹਿ, ਤੋਂ ਜਿਹੜੇ ਗ੍ਰਹਿਵਾਂ ਦੇ ਆਸੇ-ਪਾਸੇ ਪਰਿਕਰਮਾ ਕਰਦੇ ਨੇ ਉਹ ਉਪਗ੍ਰਹਿ। ਇਸ ਤਰੀਕੇ ਨਾਲ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ। ਇਸ ਲਈ ਇਹ ਆਕਾਰ ਵਿੱਚ ਵੱਡਾ ਦਿਖਾਈ ਦਿੰਦਾ ਹੈ। ਠੀਕ ਹੈ, ਐਕਚੁਅਲੀ ਹੈ ਹੀ ਬਹੁਤ ਵੱਡਾ, ਇਸ ਲਈ ਇਹ ਆਕਾਰ ਵਿੱਚ ਵੱਡਾ ਦਿਖਾਈ ਦਿੰਦਾ, ਇਸ ਕਰਕੇ ਨਹੀਂ ਦਿਖਾਈ ਦਿੰਦਾ ਕਿ ਧਰਤੀ ਦੇ ਸਭ ਤੋਂ ਨੇੜੇ ਹੈ। ਇਹ 15 ਕਰੋੜ ਕਿਲੋਮੀਟਰ ਦੂਰ ਹੈ, ਪਰ ਬਹੁਤ ਵੱਡਾ ਹੈ ਧਰਤੀ ਤੋਂ। ਠੀਕ ਹੈ ਜੀ, ਉਹਦਾ ਆਪਾਂ ਸਾਈਜ਼ ਨੂੰ ਵੀ ਪੜ੍ਹਾਂਗੇ ਜਦੋਂ ਅੱਗੇ ਜਾਵਾਂਗੇ। ਠੀਕ ਹੈ, ਪੁਲਾੜ ਵਿੱਚੋਂ ਧਰਤੀ 'ਤੇ ਝਾਤ ਮਾਰੋ। ਪੁਲਾੜ ਵਿੱਚੋਂ ਜੇ ਆਪਾਂ ਪੁਲਾੜ ਦੇ ਵਿੱਚ ਜਾ ਕੇ ਮਤਲਬ ਸਪੇਸ 'ਚ ਜਾ ਕੇ ਧਰਤੀ 'ਤੇ ਝਾਤ ਮਾਰੀਏ ਤਾਂ ਇਹ ਚਮਕਦੀ ਨਜ਼ਰ ਆਉਂਦੀ ਹੈ। ਇਹ ਵੀ ਕਿਉਂ ਚਮਕਦੀ ਨਜ਼ਰ ਆਏਗੀ? ਕਿਉਂਕਿ 71% ਤਾਂ ਤੁਸੀਂ ਪੜ੍ਹਿਆ ਹੈ ਕਿ ਇਹਦੇ 'ਤੇ ਪਾਣੀ ਵੀ ਪਾਣੀ ਹੈ ਨਾ। ਅਪਰੋਕਸੀਮੇਟ ਆਪਾਂ ਕਹਿੰਦੇ 70 ਅਤੇ 30 ਦਾ ਰੇਸ਼ੋ ਲੈ ਕੇ ਚੱਲਦੇ ਆ, ਪਰ 29% ਇੱਦਾਂ ਹੈ ਨਾ। ਤਾਂ ਵੀ ਉਹਦੇ 'ਤੇ ਪਾਣੀ ਵੀ ਪਾਣੀ ਹੈ, ਜਦੋਂ ਤੋਂ ਲਾਈਟ ਰਿਫਲੈਕਟ ਹੋਏਗੀ ਉਹ ਵੀ ਸਾਨੂੰ ਚਮਕਦੀ ਨਜ਼ਰ ਆਏਗੀ। ਸਾਨੂੰ ਮੰਗਲ ਗ੍ਰਹਿ, ਵੀਨਸ ਗ੍ਰਹਿ, ਬ੍ਰਹਸਪਤੀ ਗ੍ਰਹਿ, ਇਹ ਵੀ ਸਾਰੇ ਚਮਕਦੇ ਨਜ਼ਰ ਆਉਂਦੇ ਆ, ਪਰ ਇਹਨਾਂ ਦੀ ਆਪਣੀ ਰੋਸ਼ਨੀ ਨਹੀਂ ਹੈਗੀ, ਸੂਰਜ ਤੋਂ ਟਕਰਾਣ ਕਰਕੇ ਆਉਂਦੀ ਹੈ। ਇਹ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਕਰਕੇ ਚਮਕਦੀ ਨਜ਼ਰ ਆਉਂਦੀ ਹੈ। ਪ੍ਰਭਾਵ ਦਾ ਇੱਥੇ ਮਤਲਬ ਕੀ ਹੈ? ਟਕਰਾ ਕੇ ਵਾਪਸ ਆਉਣ ਤੋਂ ਸਾਡੀ ਅੱਖ 'ਤੇ ਪਹੁੰਚਦੀ ਆ ਤਾਂ ਸਾਨੂੰ ਨਜ਼ਰ ਆਉਂਦੀ ਹੈ ਕੋਈ ਚੀਜ਼। ਇਸ ਲਈ ਅਸੀਂ ਵਿਗਿਆਨਿਕ ਭਾਸ਼ਾ ਵਿੱਚ ਇਹ ਆਖ ਸਕਦੇ ਹਾਂ ਕਿ ਜਿਹੜੇ ਖਗੋਲੀ ਜਾਂ ਆਕਾਸ਼ੀ ਪਿੰਡ ਆਪਣੀ ਰੋਸ਼ਨੀ ਕਰਕੇ ਚਮਕਦੇ ਹਨ ਉਹਨਾਂ ਨੂੰ ਤਾਰੇ ਆਖਿਆ ਜਾਂਦਾ ਹੈ। ਠੀਕ ਹੈ ਜੀ, ਤਾਰੇ ਕਿਹੜੇ ਨੇ? ਉਹ ਖਗੋਲੀ ਜਾਂ ਆਕਾਸ਼ੀ ਪਿੰਡ। ਠੀਕ ਹੈ, ਪਿੰਡ ਬੋਲਾਂਗੇ ਮਤਲਬ ਬੋਡੀ, ਆਪਣੀ ਰੋਸ਼ਨੀ ਕਰਕੇ ਚਮਕਦੇ ਨੇ। ਕਿਸੇ ਤੋਂ ਰੋਸ਼ਨੀ ਉਧਾਰ ਨਹੀਂ ਲੈਂਦੇ, ਜਿਵੇਂ ਹੈ ਨਾ ਇਹਨਾਂ ਵਿੱਚ ਆਪਣੇ ਆਪ ਕੁਛ ਇੱਦਾਂ ਦੇ ਰਿਐਕਸ਼ਨ ਹੋ ਰਹੇ ਨੇ, ਹਾਈਡਰੋਜਨ ਹੈ ਨਾ ਮਤਲਬ ਹੀਲੀਅਮ 'ਚ ਕਨਵਰਟ ਹੋ ਰਹੀ ਹੈ ਜਿਵੇਂ ਸੂਰਜ ਦੇ ਵਿੱਚ, ਤਾਂ ਉਹਦੇ ਵਿੱਚੋਂ ਹੀਟ ਪ੍ਰੋਡਿਊਸ ਹੋ ਰਹੀ ਹੈ। ਜਦੋਂ ਤੁਸੀਂ ਅੱਗੇ ਹਾਇਰ ਲੈਵਲ 'ਤੇ ਜਾਏਂਗੇ, ਸਟੱਡੀ ਕਰਾਂਗੇ, ਤੁਹਾਨੂੰ ਪਤਾ ਲੱਗੂਗਾ ਵੀ ਤਾਪ ਨਿਕਾਸੀ ਕਿਰਿਆਵਾਂ ਕਿਹੜੀਆਂ ਨੇ, ਤਾਪ ਸੋਖੀ ਕਿਰਿਆਵਾਂ ਕਿਹੜੀਆਂ ਨੇ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਊਰਜਾ ਕਿੱਦਾਂ ਬਾਹਰ ਆਉਂਦੀ ਆ। ਠੀਕ ਹੈ, ਤਾਂ ਤਾਰਿਆਂ ਵਿੱਚੋਂ ਆਪਣੇ ਆਪ ਊਰਜਾ ਬਾਹਰ ਆਉਂਦੀ ਹੁੰਦੀ ਆ। ਸੂਰਜ ਉਹਨਾਂ ਵਿੱਚੋਂ ਇੱਕ ਹੈ। ਰਾਤ ਨੂੰ ਤਾਰੇ ਭਰੇ ਆਕਾਸ਼ ਨੂੰ ਨੀਚ ਲਾ ਕੇ ਵੇਖਣ 'ਤੇ ਤੁਹਾਨੂੰ ਤਾਰਿਆਂ ਦੇ ਸਮੂਹਾਂ ਦੇ ਰੂਪਾਂ ਵਿੱਚੋਂ ਕਈ ਸ਼ਕਲਾਂ ਦਿਖਾਈ ਦਿੰਦੀਆਂ ਨੇ। ਠੀਕ ਹੈ, ਅਤੇ ਜਿਹੜੇ ਤਾਰਿਆਂ ਦੇ ਸਮੂਹ ਨੇ ਹੈ ਨਾ, ਤਾਰਿਆਂ ਦੇ ਆਪਾਂ ਜੋ ਸਮੂਹ ਨੂੰ ਦੇਖਦੇ ਹਾਂ ਸਾਨੂੰ ਕੀ ਹੁੰਦਾ ਹੈ? ਕਈ ਸ਼ਕਲਾਂ ਦਿਖਾਈ ਦਿੰਦੀਆਂ ਹਨ, ਅਰਥਾਤ ਕਈ ਮਨੁੱਖੀ ਆਕ੍ਰਿਤੀਆਂ ਅਤੇ ਕਈ ਪਸ਼ੂ ਆਕ੍ਰਿਤੀਆਂ ਦੇ ਰੂਪ ਵਿੱਚ ਤਾਰਾ ਸਮੂਹ ਦਿਖਾਈ ਦੇਣਗੇ। ਮਤਲਬ ਉਹ ਸਾਡੀ ਇਮੈਜੀਨੇਸ਼ਨ ਹੈ, ਅਸੀਂ ਇਮੈਜਿਨ ਕਰਦੇ ਹਾਂ ਕਿ ਕੋਈ ਉਹ ਲਾਈਕ ਚਮਚ ਵਰਗਾ ਲੱਗਦਾ ਹੈ। ਠੀਕ ਹੈ ਨਾ, ਇੱਦਾਂ ਤੁਸੀਂ ਦੇਖਿਆ ਹੋਣਾ, ਇੱਦਾਂ 7 ਤਾਰੇ ਨੇ, ਸਪਤਰਿਸ਼ੀ ਹੈ ਨਾ, ਇਸ ਤਰੀਕੇ ਨਾਲ ਦੇਖਿਆ ਹੋਣਾ ਹੈ। ਓਰਾਇਨ ਦੇਖਿਆ ਹੋਣਾ ਤੁਸੀਂ, ਇੱਦਾਂ ਓਰਾਇਨ ਬੈਲਟ। ਠੀਕ ਹੈ, ਇਹਦੇ ਵਿੱਚ ਤਾਰੇ ਨੇ, ਇਹਨਾਂ ਵਿੱਚ ਵੀ ਤਾਰੇ ਨੇ, ਸਪਤਰਿਸ਼ੀ। ਜਿਹੜੇ ਤਾਰੇ ਨੇ ਅਸੀਂ ਇਹਨਾਂ ਨੂੰ ਕੀ ਕੀਤਾ ਹੈ? ਆਕ੍ਰਿਤੀਆਂ ਦੇ ਦਿੱਤੀਆਂ ਨੇ, ਸ਼ੇਪਸ ਬਣਾ ਦਿੱਤੀਆਂ ਉਹਨਾਂ ਦੀ ਕੋਈਆਂ। ਠੀਕ ਹੈ, ਇਹਨਾਂ ਸਮੂਹਾਂ ਨੂੰ ਕੀ ਕਹਿੰਦੇ? ਤਾਰਾ ਮੰਡਲ ਆਖਦੇ ਨੇ। ਅਤੇ ਜੇ ਕੁਛ ਤਾਰਿਆਂ ਮਿਲ ਕੇ ਕੋਈ ਇੱਕ ਆਕ੍ਰਿਤੀ ਤਿਆਰ ਕਰਦੇ ਨੇ, ਉਹ ਤਾਰੇ ਕੀ ਹੋ ਗਏ? ਤਾਰਾ ਮੰਡਲ। ਠੀਕ ਹੈ ਜੀ, ਅਤੇ ਉਹ ਵੱਖ-ਵੱਖ ਨਾਮ ਨੇ, ਜਿੰਨੀਆਂ ਆਪਣੀਆਂ ਰਾਸ਼ੀਆਂ ਨੇ ਨਾ, ਜੇ ਆਪਾਂ ਦੇਖਦੇ ਹਾਂ ਵੀ ਜੈਮਨੀ, ਮਿਥੁਨ ਹੋ ਗਈ, ਕਰਕ ਹੋ ਗਈ, ਹੈ ਨਾ, ਸਾਰੀਆਂ ਰਾਸ਼ੀਆਂ ਇਹ ਵੀ ਕੀ ਨੇ? ਤਾਰਾ ਮੰਡਲ ਹੀ ਨੇ ਇੱਕ ਤਰੀਕੇ ਦੇ ਇਹ।
ਤਾਰਾ ਮੰਡਲਾਂ ਵਿੱਚੋਂ ਸਪਤਰਿਸ਼ੀ ਤਾਰਾ ਮੰਡਲ ਪੁਰਾਣੇ ਸਮਿਆਂ ਤੋਂ ਪ੍ਰਚਲਿਤ ਹੈ। ਠੀਕ ਹੈ, ਬਹੁਤ ਸਮੇਂ ਤੋਂ ਪਹਿਲਾਂ ਸਪਤਰਿਸ਼ੀ ਨੂੰ ਵੀ ਜਿਹੜਾ ਚਮਚ ਦੀ ਸ਼ੇਪ 'ਚ ਹੈ ਸਪਤਰਿਸ਼ੀ ਵਾਲਾ, ਇਹਨੂੰ ਪੁਰਾਣੇ ਟਾਈਮ ਤੋਂ ਪਛਾਣ ਲਿਆ ਗਿਆ ਸੀ। ਇਹ 7 ਤਾਰਿਆਂ ਦਾ ਸਮੂਹ ਹੁੰਦਾ ਹੈ ਜੋ ਕਿ ਵੱਡੇ ਪ੍ਰਸ਼ਨ ਚਿੰਨ੍ਹ ਦੀ ਆਕ੍ਰਿਤੀ ਵਰਗਾ ਦਿਖਦਾ ਹੈ। ਜਿਹਨੂੰ ਆਪਾਂ ਇੱਦਾਂ ਕਹਿ ਦਈਏ, ਕੋਈ ਇਹਨੂੰ ਚਮਚ ਵਾਂਗੂ ਕਹਿੰਦੇ ਨੇ, ਠੀਕ ਹੈ ਜੀ, ਕੋਈ ਇਹਨੂੰ ਪ੍ਰਸ਼ਨ ਚਿੰਨ੍ਹ ਵਾਂਗੂ ਕਹਿੰਦੇ ਨੇ ਇੱਦਾਂ। ਠੀਕ ਹੈ, ਦੇਖਣ ਨੂੰ ਇਹ ਚਮਚ ਵਾਂਗੂ ਵੀ ਲੱਗਦਾ ਹੈ ਅਤੇ ਪ੍ਰਸ਼ਨ ਚਿੰਨ੍ਹ ਵਾਂਗੂ ਵੀ ਲੱਗਦਾ ਹੈ। ਇਹ ਤਾਰੇ ਧਰਤੀ ਤੋਂ ਬਹੁਤ ਦੂਰ ਹਨ। ਧਰਤੀ ਤੋਂ ਬਹੁਤ ਦੂਰ ਦਾ ਮਤਲਬ ਕੀ ਆ, ਜਿਹੜੇ ਆ ਸਾਡੇ ਗ੍ਰਹਿ ਆਣਗੇ ਨਾ, ਗ੍ਰਹਿਵਾਂ ਦੇ ਵਿਚਕਾਰ ਕੋਈ ਤਾਰਾ ਨਹੀਂ ਆਉਂਦਾ। ਇਹ ਸਾਰੇ ਤਾਰੇ ਕੀ ਨੇ, ਬਾਹਰ ਨੇ, ਪਲੈਨਟਾਂ ਦੇ ਵਿਚਕਾਰ ਕੋਈ ਤਾਰਾ ਨਹੀਂ ਹੈਗਾ। ਸੂਰਜ ਇੱਕ ਤਾਰਾ ਹੈ, ਉਹ ਤੋਂ ਜਿਹੜਾ ਦੂਸਰਾ ਨੇੜੇ ਦਾ ਤਾਰਾ ਹੈ ਪ੍ਰੋਮੈਕਸ ਸੈਂਚੁਰੀ, ਉਹ ਸਭ ਤੋਂ ਨੇੜੇ ਤਾਰਾ ਹੈਗਾ ਹੈ। ਠੀਕ ਹੈ, ਫਿਰ ਅਲਫਾ ਸੈਂਚੁਰੀ, ਇਹਦਾ ਦੂਜੇ ਹੋਰ ਤਾਰੇ ਨੇ। ਠੀਕ ਹੈ, ਉਹ ਦੇਖਾਂਗੇ। ਮਤਲਬ ਜਿਹੜੇ ਤੁਸੀਂ ਤਾਰੇ ਦੇਖਦੇ ਪਏ ਹੋ ਇਹ ਸਾਡੇ ਸੂਰਜੀ ਪਰਿਵਾਰ ਤੋਂ ਬਾਹਰ ਨੇ। ਸੂਰਜੀ ਪਰਿਵਾਰ ਦੇ ਵਿੱਚ ਤਾਰੇ ਨਹੀਂ ਹੈਗੇ। ਸੂਰਜੀ ਪਰਿਵਾਰ ਦੇ ਵਿੱਚ ਸੂਰਜ ਇੱਕ ਤਾਰਾ ਹੈ ਅਤੇ ਗ੍ਰਹਿ ਨੇ, ਧੂਮਕੇਤੂ ਨੇ, ਉਲਕਾਵਾਂ ਨੇ, ਧੂੜ ਗੈਸ ਕਣ ਨੇ, ਹੈ ਨਾ, ਉਪਗ੍ਰਹਿ ਨੇ, ਇਹ ਚੀਜ਼ਾਂ ਨੇ, ਨਾ ਕਿ ਕੋਈ ਤਾਰਾ। ਦੂਜੇ ਦਾ ਨੇੜੇ ਵਾਲਾ ਤਾਰਾ, ਦੂਜੇ ਨੇੜੇ ਜਿਹੜਾ ਸਭ ਤੋਂ ਤਾਰਾ ਉਹ ਵੀ ਬਹੁਤ ਦੂਰ ਆ। ਉਹ ਮੈਂ ਤੁਹਾਨੂੰ ਐਪ 'ਚ ਦਿਖਾ ਦੂੰਗਾ। ਇਹਨਾਂ ਦੀ ਰੋਸ਼ਨੀ ਨੂੰ ਧਰਤੀ ਦੇ ਆਲੇ ਦੁਆਲੇ ਹਵਾ ਦੇ ਗਿਲਾਫ ਦੀਆਂ ਕਈ ਤਹਿਾਂ ਵਿੱਚੋਂ ਲੰਘਣਾ ਪੈਂਦਾ ਹੈ। ਇਸ ਕਰਕੇ ਇਹ ਟਿਮਟਿਮਾਉਂਦੇ ਵਿਖਾਈ ਦਿੰਦੇ ਹਨ। ਤਾਰੇ ਕਿਉਂ ਟਿਮਟਿਮਾਉਂਦੇ ਨੇ? ਆਪਾਂ ਛੋਟੇ ਹੁੰਦੇ ਪੜ੍ਹਦੇ ਸੀ ਨਾ, ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਊ ਆਈ ਵੰਡਰ ਵਾਟ ਦੇ ਆਰ, ਨਾ। ਪਰ ਇਹ ਹੈ ਵੀ ਉਹ ਕਿਉਂ ਟਿਮਟਿਮਾਉਂਦੇ ਨੇ? ਜਦੋਂ ਉੱਥੋਂ ਲਾਈਟ ਆ ਰਹੀ ਆ, ਠੀਕ ਹੈ, ਇੱਥੇ ਕੀ ਹੈ, ਲਾਈਟ ਆ ਰਹੀ ਹੈ ਉੱਥੋਂ, ਮੰਨ ਲਓ ਆਹ ਸੂਰਜ ਦੀ, ਉਹਦੀ ਆਪਣਾ ਤਾਰਾ ਹੈ, ਉਹਦੀ ਆਪਣੀ ਲਾਈਟ ਇੱਥੋਂ ਆਈ ਤਾਂ ਉਹ ਇੱਦਾਂ ਹੋ ਕੇ ਆਏਗੀ, ਟੁੱਟ ਕੇ ਆਏਗੀ, ਇੱਥੇ ਤੁਹਾਡੀ ਅੱਖ 'ਤੇ ਪਹੁੰਚੇਗੀ। ਜਦੋਂ ਇੱਕ ਵਾਰੀ ਆਹ ਲਾਈਟ ਇੱਥੇ ਵੱਜੀ ਤਾਂ ਕੰਟੀਨਿਊਸਲੀ ਉੱਥੋਂ ਲਾਈਟ ਆ ਰਹੀ ਹੈ ਨਾ। ਇੱਕ ਵਾਰੀ ਪਹਿਲਾਂ ਮੰਨ ਲਓ ਇੱਕ ਕੀ ਹੋ ਗਿਆ, ਰੇ ਆ ਗਈ। ਅਸੀਂ ਇਹਨੂੰ ਫੋਟੋਨ ਦੇ ਤਰੀਕੇ ਨਾਲ ਵੀ ਪੜ੍ਹਦੇ ਹਾਂ। ਲਾਈਟ ਦੀਆਂ ਦੋ ਪ੍ਰੋਪਰਟੀਆਂ ਨੇ, ਡਿਊਲ ਪ੍ਰੋਪਰਟੀ ਆ। ਵੱਡੀ ਕਲਾਸਾਂ 'ਚ ਤੁਸੀਂ ਪੜ੍ਹੇਂਗੇ ਹੋ ਵੀ ਲਾਈਟ ਦੋ ਤਰੀਕੇ ਨਾਲ ਕੰਮ ਕਰਦੀ ਹੈ। ਇਟ ਇਜ਼ ਅ ਵੇਵ ਵੀ ਹੈ ਐਜ਼ ਵੈਲ ਐਜ਼ ਅ ਪਾਰਟੀਕਲ ਵੀ ਹੈ। ਇੱਦਾਂ ਤੁਸੀਂ ਪੜ੍ਹੇਂਗੇ ਹੋ, ਠੀਕ ਹੈ ਨਾ। ਜਾਂ ਤੁਸੀਂ ਕੀ ਕਰਿਓ, ਇੱਕ ਨਾ ਝਾੜੂ ਦਾ ਤੀਲਾ ਲੈ ਲਿਓ, ਉਹਨੂੰ ਅੱਗ ਲਗਾ ਲਿਓ। ਉਹਨੂੰ ਅੱਗ ਲਗਾ ਕੇ ਜੇ ਦੇਖੇਂਗੇ ਨਾ ਅੱਗੋਂ, ਉਹ ਰੈੱਡ ਨਜ਼ਰ ਆਏਗਾ। ਉਸ ਟਾਈਮ ਉਹ ਕਿਸ ਤਰੀਕੇ ਨਾਲ ਪਾਰਟੀਕਲ ਵਾਂਗੂ ਆ, ਪਰ ਇਹਨੂੰ ਤੇਜ਼ ਘੁਮਾ ਕੇ ਦੇਖਿਓ, ਤੁਹਾਨੂੰ ਇਹ ਲਕੀਰ ਵਾਂਗੂ ਨਜ਼ਰ ਆਊਗਾ, ਗੋਲਾ ਨਜ਼ਰ ਆਊਗਾ। ਤੁਹਾਨੂੰ ਗੋਲਾ ਨਜ਼ਰ ਆਏਗਾ ਪਰ ਇੱਥੇ ਗੋਲਾ ਹੈ ਨਹੀਂ। ਹੈਗਾ ਕੀ ਹੈ ਇਹ? ਇੱਕ ਉਹ ਆ ਪਾਰਟੀਕਲ। ਮੈਂ ਤੁਹਾਨੂੰ ਇੱਕ ਆਈਡੀਆ ਦੇ ਰਿਹਾ, ਇਸ ਤਰੀਕੇ ਨਾਲ ਕੰਮ ਨਹੀਂ ਕਰਦੀ, ਪਰ ਇਹ ਚੀਜ਼ ਹੈ ਵੀ ਉਹ ਉਦੋਂ ਤੁਹਾਨੂੰ ਜਿਹੜਾ ਗੋਲਾ ਨਜ਼ਰ ਆਊਗਾ ਉਹ ਤੁਹਾਨੂੰ ਲਾਈਨ ਵਾਂਗੂ ਨਜ਼ਰ ਆਏਗਾ। ਲਾਈਨ ਕਰਕੇ ਗੋਲਾ ਬਣਿਆ ਨਾ, ਠੀਕ ਹੈ ਨਾ। ਤਾਂ ਦੈਟ ਮੀਨਸ ਉਸ ਟਾਈਮ ਉਹ ਤੁਹਾਨੂੰ ਕੀ ਦਿਖੇਗੀ, ਇੱਕ ਵੇਵ ਦੀ ਤਰ੍ਹਾਂ ਨਜ਼ਰ ਆਏਗਾ। ਅਤੇ ਪਾਰਟੀਕਲ ਲਾਈਟ ਵੀ ਇੱਦਾਂ ਹੀ ਆ। ਅਤੇ ਜਦੋਂ ਇਹ ਨਿਕਲ ਕੇ ਇੱਥੋਂ ਤਹਿਾਂ 'ਚੋਂ ਆਉਂਦੀ ਆ ਹਰ ਵਾਰੀ, ਤਾਂ ਤੁਹਾਨੂੰ ਹਿੱਲਦੀ ਨਜ਼ਰ ਆਉਂਦੀ ਹੈ। ਇਸ ਕਰਕੇ ਇੱਥੋਂ ਲਾਈਟ ਇਹ ਕੀ ਲੱਗਦਾ, ਇਹ ਟਿਮਟਿਮਾ ਰਹੇ ਨੇ, ਪਰ ਇਹ ਟਿਮਟਿਮਾ ਨਹੀਂ ਰਹੇ ਹੁੰਦੇ। ਠੀਕ ਹੈ, ਉਹ ਟਿਮਟਿਮਾ ਕਿਉਂ ਰਹੇ ਨੇ? ਹਵਾ ਦੇ ਗਿਲਾਫ ਦੀਆਂ ਤਹੀਆਂ 'ਚੋਂ ਲੰਘਣ ਕਰਕੇ। ਕਿਹਨੂੰ? ਰੋਸ਼ਨੀ ਨੂੰ। ਠੀਕ ਹੈ ਜੀ, ਇਹ ਇਹਦਾ ਆਨਸਰ ਹੈ। ਇਹਨਾਂ ਦੀ ਦੂਰੀ ਆਮ ਕਰਕੇ ਕਿਲੋਮੀਟਰਾਂ ਵਿੱਚ ਦੱਸਣੀ ਔਖੀ ਹੈ। ਇਸ ਲਈ ਇਸ ਦੂਰੀ ਨੂੰ ਦੱਸਣ ਲਈ ਪ੍ਰਕਾਸ਼ ਸਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਕਾਸ਼ ਸਾਲ ਕੀ ਹੁੰਦਾ? ਸਭ ਤੋਂ ਇੰਪੋਰਟੈਂਟ ਚੀਜ਼ ਹੈ, ਇਹਨੂੰ ਸਮਝੋ। ਪ੍ਰਕਾਸ਼ 1 ਸੈਕਿੰਡ ਵਿੱਚ ਲਗਭਗ 3 ਲੱਖ ਕਿਲੋਮੀਟਰ ਸਫ਼ਰ ਤੈਅ ਕਰਦਾ ਹੈ। ਮੈਂ ਤੁਸੀਂ ਇੱਕ ਗਿਣਿਆ, ਮੈਂ ਬੋਲਿਆ ਇੱਕ। ਲਾਈਟ ਨੇ ਪਤਾ ਕਿੰਨਾ ਸਫ਼ਰ ਤੈਅ ਕਰ ਲਿਆ? 3 ਲੱਖ ਕਿਲੋਮੀਟਰ। ਮੰਨ ਲਓ ਮੈਂ ਇੱਦਾਂ ਬੋਲਦਾ ਇੱਕ, ਆਪਣੀ ਗੱਡੀ ਦੀ, ਐਕਟਿਵਾ ਦੀ ਜਾਂ ਸਕੂਟਰ ਦੀ ਜਾਂ ਕਿੱਕ ਨਹੀਂ ਵੱਜਦੀ ਇੱਕ ਗਿਣਨ 'ਤੇ। ਜਾਣਾ ਤਾਂ ਅਸੀਂ ਕਿੱਥੇ ਆ? ਫਿਰ ਸਾਨੂੰ 15 ਕਿਲੋਮੀਟਰ ਦੂਰ ਜਾਣਾ, 10 ਕਿਲੋਮੀਟਰ ਦੂਰ ਜਾਣਾ ਸਾਨੂੰ 15 ਮਿੰਟ ਲੱਗ ਜਾਂਦੇ ਆ। 50 ਕਿਲੋਮੀਟਰ ਦੂਰ ਜਾਣਾ ਸਾਨੂੰ ਘੰਟਾ ਲੱਗ ਜਾਂਦਾ। ਮੰਨ ਲਓ ਮੈਂ ਲੁਧਿਆਣਾ ਤੋਂ ਚੰਡੀਗੜ੍ਹ ਜਾਣਾ, ਮੈਨੂੰ 2.5 ਘੰਟੇ ਲੱਗ ਜਾਂਦੇ ਆ। 2.5 ਘੰਟੇ, ਹੈ ਨਾ। ਅਤੇ ਜੇ ਤੁਸੀਂ ਸੋਚੋ, ਜੇ ਤੁਹਾਡੀ ਇੰਨੀ ਸਪੀਡ ਹੋਵੇ, ਇੱਕ ਗਿਣੋ 3 ਲੱਖ ਕਿਲੋਮੀਟਰ ਪਾਰ ਕਰ ਜਾਓ, 2 ਗਿਣੋ 6 ਲੱਖ ਕਿਲੋਮੀਟਰ, ਠੀਕ ਹੈ ਜੀ, 3 ਗਿਣੋ 9 ਲੱਖ ਕਿਲੋਮੀਟਰ, 3 ਦਾ ਭਾੜਾ ਬੜੀ ਜਾਓ, ਹੈ ਨਾ। 3 ਲੱਖ, 6 ਲੱਖ, 9 ਲੱਖ, 12 ਲੱਖ, 15 ਲੱਖ, ਇੰਨਾ ਹੁਣ ਤੱਕ ਜਿੰਨਾ ਮੈਂ ਤੁਹਾਨੂੰ ਜਿੰਨੇ ਸੈਕਿੰਡ ਨਿਕਲੇ, ਲਾਈਟ ਪਤਾ ਨਹੀਂ ਕਿੱਥੇ ਚਲੀ ਗਈ ਹੋਣੀ ਆ, ਠੀਕ ਹੈ। ਅਤੇ ਸੂਰਜ ਤੋਂ ਧਰਤੀ ਤੱਕ ਲਾਈਟ ਆਉਣ ਨੂੰ 8 ਮਿੰਟ ਲੱਗਦੇ ਆ। ਚੰਨ ਤੋਂ ਆਉਣ ਨੂੰ 2.4 ਸੈਕਿੰਡ ਲੱਗਦੇ ਆ। 2-2.5 ਸੈਕਿੰਡ ਲੱਗਦੇ ਆ ਚੰਨ ਤੋਂ ਜੋ ਟਕਰਾ ਕੇ ਧਰਤੀ ਤੱਕ ਲਾਈਟ ਪਹੁੰਚਦੀ ਆ, ਮਤਲਬ 1-2, ਠੀਕ ਹੈ। ਇਸ ਤਰੀਕੇ ਨਾਲ ਅਸੀਂ ਲਾਈਟ ਨੂੰ ਦੇਖਦੇ ਹਾਂ। ਜੇ ਪ੍ਰਕਾਸ਼ 1 ਸੈਕਿੰਡ ਵਿੱਚ 3 ਲੱਖ ਕਿਲੋਮੀਟਰ ਦੂਰੀ ਤੈਅ ਕਰਦਾ, ਪਤਾ ਲੱਗਿਆ। ਪ੍ਰਕਾਸ਼ ਦੀ ਇੱਕ ਕਿਰਨ 1 ਸਾਲ ਵਿੱਚ ਲਗਾਤਾਰ ਚੱਲਦੇ ਆ ਜਿੰਨਾ ਸਫ਼ਰ ਤੈਅ ਕਰਦੇ ਆ, ਉਸ ਨੂੰ ਪ੍ਰਕਾਸ਼ ਸਾਲ ਆਖਿਆ ਜਾਂਦਾ ਹੈ। ਕਿੱਦਾਂ? ਮੈਂ ਬੋਲਿਆ 1, ਉਹ ਕਿੰਨਾ ਸਫ਼ਰ ਤੈਅ ਕਰ ਗਈ? 3 ਲੱਖ। ਫਿਰ ਮੈਂ ਬੋਲਿਆ 2, ਉਹ ਕਿੰਨਾ ਸਫ਼ਰ ਤੈਅ ਕਰ ਗਈ? 6 ਲੱਖ। ਇੱਦਾਂ ਹੀ ਫਿਰ 60 ਸੈਕਿੰਡ ਹੋ ਗਏ, ਠੀਕ ਹੈ ਜੀ। 1 ਸੈਕਿੰਡ ਮਤਲਬ 60 ਸੈਕਿੰਡ 1 ਮਿੰਟ ਨਿਕਲ ਗਿਆ। ਇੱਦਾਂ ਹੀ ਫਿਰ 60 ਦੇ ਨਾਲ ਗੁਣਾ ਕਰਤਾ, ਠੀਕ ਹੈ ਜੀ। ਮਤਲਬ ਪਹਿਲਾਂ 60 ਸੈਕਿੰਡ ਹੋਏ, ਫਿਰ 60 ਮਿੰਟ, ਠੀਕ ਹੈ ਜੀ। 60 ਮਿੰਟ 60 ਨਾਲ ਗੁਣਾ ਕਰਕੇ 60 ਮਿੰਟ, ਫਿਰ 60 ਨਾਲ ਗੁਣਾ ਕੀਤਾ, ਫਿਰ ਤੁਸੀਂ 24 ਘੰਟੇ, 1 ਦਿਨ, ਫਿਰ ਮਹੀਨਾ, 1 ਮਹੀਨਾ, ਫਿਰ 12 ਮਹੀਨੇ, ਫਿਰ ਮਤਲਬ 365 ਦਿਨ, ਹੈ ਨਾ। ਜੇ ਤੁਸੀਂ ਇੱਦਾਂ ਲਗਾ ਲਓ ਵੀ ਪਹਿਲਾਂ ਤਾਂ 1 ਸੈਕਿੰਡ 'ਚ ਗਈ, ਫਿਰ 1 ਮਿੰਟ ਦੇ ਵਿੱਚ ਕਿੰਨੀ ਦੂਰ ਜਾਏਗੀ, ਫਿਰ 1 ਘੰਟੇ 'ਚ ਕਿੰਨੀ ਦੂਰ ਜਾਏਗੀ, ਫਿਰ 1 ਦਿਨ 'ਚ ਕਿੰਨੀ ਦੂਰ ਜਾਏਗੀ, ਅਤੇ ਫਿਰ 365 ਦਿਨਾਂ 'ਚ ਲਾਈਟ ਕਿੰਨੀ ਦੂਰ ਚਲੀ ਜਾਏਗੀ। ਅਤੇ ਜੇ 1 ਸੈਕਿੰਡ 'ਚ ਕਿੰਨਾ ਜਾ ਰਹੀ ਆ, ਉਹ 3 ਲੱਖ ਕਿਲੋਮੀਟਰ ਜਾ ਰਹੀ ਆ, ਠੀਕ ਹੈ ਜੀ। ਤਾਂ ਉਹਨੂੰ ਇਹਦੇ ਨਾਲ ਕੀ ਕਰ ਦਿਓ, 3 ਲੱਖ ਦੇ ਨਾਲ ਕੀ ਕਰ ਦਿਓ, ਗੁਣਾ ਕਰ ਦਿਓ। ਤਾਂ ਇੰਨਾ ਡਿਸਟੈਂਸ ਉਹ ਕਵਰ ਕਰ ਚੁੱਕੀ ਹੋਏਗੀ। 1 ਸਾਲ ਤੱਕ ਲਾਈਟ ਇੰਨੀ ਦੂਰ ਜਾ ਚੁੱਕੀ ਹੋਏਗੀ, ਠੀਕ ਹੈ ਜੀ। ਇਸ ਕਰਕੇ ਇੰਨੀ ਦੂਰ ਨੇ। ਅਸੀਂ ਕਿਸੇ ਦੂਰੀਆਂ ਨੂੰ ਕਿੱਦਾਂ ਨਾਪਦੇ ਹਾਂ? ਪ੍ਰਕਾਸ਼ ਸਾਲ 'ਚ। ਅਸੀਂ ਇਹ ਨਹੀਂ ਕਹਿੰਦੇ ਜਾਣ ਨੂੰ ਕਿੰਨਾ ਟਾਈਮ ਲੱਗੂਗਾ। ਜਿਵੇਂ ਮੈਂ ਤੁਹਾਨੂੰ ਇੱਥੇ ਗਲੈਕਸੀ ਦੀ ਫੋਟੋ ਦਿਖਾਈ ਸੀਗੀ,
ਠੀਕ ਹੈ। ਤਾਂ ਜਿਹੜੀ ਆਹ ਸਾਡੀ ਗਲੈਕਸੀ ਦੀ ਫੋਟੋ ਹੈ, ਤੁਸੀਂ ਇਹਨੂੰ ਦੇਖ ਕੇ ਇਹ ਸਮਝेंगे ਹੋ ਕਿ ਜੇ ਅਸੀਂ ਪ੍ਰਕਾਸ਼ ਦੀ ਚਾਲ ਦੇ ਨਾਲ ਚੱਲਣਾ ਸ਼ੁਰੂ ਕਰ ਦਈਏ ਤਾਂ ਵੀ ਸਾਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾਣ ਨੂੰ ਕਿੰਨੇ ਸਾਲ ਲੱਗਣਗੇ? 1 ਲੱਖ ਲਾਈਟ ਈਅਰ, ਹੈ ਨਾ। ਮਤਲਬ 1 ਲੱਖ ਈਅਰ ਲੱਗਣਗੇ ਜੇ ਕਿਹਦੇ ਨਾਲ ਚੱਲੀਏ? ਅਸੀਂ ਲਾਈਟ ਦੀ ਸਪੀਡ ਦੇ ਨਾਲ ਚੱਲੀਏ। ਸਮਝੇ ਗੱਲ? 1 ਲੱਖ ਕੀ ਲੱਗਣਗੇ? ਸਾਲ। ਜੇ ਅਸੀਂ ਸਕੂਟਰ ਤੇ ਬਹਿ ਕੇ ਜਾਣਾ ਹੋਵੇ ਜਾਂ ਮੋਟਰਸਾਈਕਲ ਤੇ ਬਹਿ ਕੇ ਜਾਣਾ ਹੋਵੇ ਗਲੈਕਸੀ ਤੋਂ ਇੱਧਰ, ਤਾਂ ਫਿਰ ਤਾਂ ਕਦੇ ਪਤਾ ਨਹੀਂ ਕਿੰਨੇ 1 ਲੱਖ ਕੀ, ਮੈਂ ਤਾਂ ਕਹਿੰਦਾ 1 ਅਰਬ ਸਾਲ ਵੀ ਘੱਟ ਪੈ ਜਾਣਗੇ ਆਪਾਂ ਨੂੰ, ਠੀਕ ਹੈ। ਪਰ ਜੇ ਅਸੀਂ ਲਾਈਟ ਦੀ ਸਪੀਡ ਦੇ ਨਾਲ ਜਾਈਏ ਤਾਂ ਮਤਲਬ 1 ਲੱਖ ਸਾਲ ਲੱਗਣਗੇ, 1 ਲੱਖ ਸਾਲ ਲੱਗਣਗੇ ਜੇ ਅਸੀਂ ਕੀ ਚੱਲੀਏ? ਲਾਈਟ ਦੀ ਸਪੀਡ ਦੇ ਨਾਲ ਜਾਈਏ। ਮਤਲਬ ਇੱਕ ਗਿਣਨ ਤੇ ਕਿੰਨਾ ਡਿਸਟੈਂਸ ਤੈਅ ਕਰ ਲਵਾਂ ਮੈਂ? 3 ਲੱਖ ਕਿਲੋਮੀਟਰ। ਸਮਝੇ ਗੱਲ? ਤਾਂ ਇਹਦੇ ਵਿੱਚ ਕੀ ਆ? ਤਾਂ ਇਹ ਦੇਖੋ ਲਾਈਟ ਈਅਰ 'ਚ ਅਸੀਂ ਦੂਰੀਆਂ ਨਾਪਦੇ ਹਾਂ। ਇਹ ਚੀਜ਼ਾਂ ਇੰਨੀਆਂ ਦੂਰ ਨੇ, ਸਾਨੂੰ ਕਿੱਦਾਂ ਨਾਪਣੀਆਂ ਪੈਂਦੀਆਂ ਨੇ? ਲਾਈਟ ਈਅਰ ਦੇ ਵਿੱਚ ਨਾਪਣੀਆਂ ਪੈਂਦੀਆਂ ਨੇ। ਉਸ ਤੋਂ ਬਿਨਾਂ ਅਸੀਂ ਕਿਲੋਮੀਟਰ 'ਚ ਦੱਸਣਾ ਤਾਂ ਬਹੁਤ ਜ਼ੀਰੋ ਲਗਾਉਣੀਆਂ ਪੈਣਗੀਆਂ, ਬਹੁਤ ਕੁਝ ਕਰਨਾ ਪਏਗਾ। ਪ੍ਰਕਾਸ਼ ਸਾਲ ਦੀ ਉਪਰੋਕਤ ਪਰਿਭਾਸ਼ਾ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਤਾਰੇ ਧਰਤੀ ਤੋਂ ਕਿੰਨੀ ਦੂਰ ਹਨ। ਕੁਝ ਅਜਿਹੇ ਤਾਰੇ ਵੀ ਹਨ ਜਿਨ੍ਹਾਂ ਦਾ ਪ੍ਰਕਾਸ਼ ਧਰਤੀ ਤੇ ਪਹੁੰਚਣ ਨੂੰ ਲੱਖਾਂ ਸਾਲ ਲੱਗ ਜਾਂਦੇ ਹਨ, ਠੀਕ ਹੈ ਜੀ। ਜਦ ਕਿ ਸੂਰਜ ਦੀ ਰੋਸ਼ਨੀ ਧਰਤੀ ਤੇ 8 ਮਿੰਟ ਵਿੱਚ ਪਹੁੰਚਦੀ ਹੈ, ਠੀਕ ਹੈ ਜੀ। ਸੂਰਜ ਦੀ ਰੋਸ਼ਨੀ ਕਿੰਨੇ 'ਚ ਪਹੁੰਚਦੀ ਹੈ? 8 ਮਿੰਟ ਤੇ ਪਹੁੰਚਦੀ ਹੈ। ਹੁਣ ਆਪਾਂ 1 ਮਿੰਟ ਉਹ ਐਪ ਨੂੰ ਚਲਾ ਕੇ ਦੇਖ ਲੈਂਦੇ ਹਾਂ ਤਾਂ ਕਿ ਤੁਹਾਨੂੰ ਸੋਲਰ ਸਕੋਪ ਤੋਂ ਪਤਾ ਲੱਗ ਜਾਵੇ। ਇਹ ਸੋਲਰ ਸਕੋਪ ਜਾਂ ਇਹ ਤਾਂ ਐਪਲ ਵਾਲਿਆਂ ਦੀ ਐਪ ਆ, ਤੁਸੀਂ ਕੋਈ ਹੋਰ ਐਪ, ਬਹੁਤ ਐਪਸ ਹੈਗੀਆਂ ਨੇ, ਤਾਂ ਜ਼ਰੂਰ ਪਾ ਕੇ ਦੇਖੋ ਤਾਂ ਕਿ ਤੁਹਾਨੂੰ ਜਿਹੜਾ ਬ੍ਰਹਿਮੰਡ ਦੇ ਬਾਰੇ ਸਾਨੂੰ ਕਿਉਂ ਜਿਵੇਂ ਤੁਹਾਨੂੰ ਪ੍ਰੋਪਰ ਨੌਲੇਜ ਹੋ ਜਾਵੇ, ਠੀਕ ਹੈ। ਮੈਂ ਰੀਅਲਿਸਟਿਕ ਵਿਊ ਕਰ ਲੈਣਾ। ਇਹਦੇ ਵਿੱਚ ਮੈਂ ਸਿਰਫ ਸ਼ੋਅ ਕਰ ਲੈਣਾ ਹੈ ਸਟਾਰ ਸ਼ੋਅ ਕੀਤੇ ਹੋਏ ਨੇ ਨਾ, ਬਾਕੀ ਸਾਰੇ ਹਾਈਡ ਕਰਦਾ, ਠੀਕ ਹੈ। ਮੈਂ ਸਿਰਫ ਸਟਾਰ ਸ਼ੋਅ ਕਰਨ ਲੱਗਿਆ। ਦੇਖੋ ਹੁਣ ਆਹ ਸਨ ਹੈ, ਸਨ ਤੋਂ ਆਪਾਂ ਦੂਰ ਜਾਂਦੇ ਹਾਂ। ਆਹ ਦੇਖੋ ਹੁਣ ਇਹਨੇ ਆਹ ਸਟਾਰ ਦਿਖਾਣੇ ਸ਼ੁਰੂ ਕੀਤੇ ਆ। ਦੇਖਿਆ ਜੀ, ਆਹ ਸਾਡਾ ਸਨ ਹੈ। ਤਾਂ ਸਾਡੇ ਸਨ ਤੋਂ ਜਿਹੜਾ ਸੀਰੀਅਸ, ਰੀਗਲ, ਹੈ ਨਾ, ਇਹ ਸਨ ਤੋਂ ਇਹ ਸਟਾਰ ਦੇਖੋ, ਮਤਲਬ ਇਹ ਇਕੱਲੇ ਸਟਾਰ ਦਿਖਾ ਰਹੀ ਹੈ ਐਪ। ਹੁਣ ਤੁਹਾਨੂੰ ਇਹ ਤੁਹਾਨੂੰ ਸਾਰੇ ਨਜ਼ਰ ਆ ਰਹੇ ਹੋਣੇ ਆ ਵੀ ਕਿੱਧਰ ਹੈਗੇ ਜੇ ਆਪਾਂ ਧਿਆਨ ਨਾਲ ਦੇਖੀਏ। ਤਾਂ ਸਾਡਾ ਸਨ ਹੈ, ਆ ਦੇਖੋ ਕਿੰਨੇ ਸਟਾਰ, ਇਹ ਸਾਰੇ ਸਟਾਰ ਨੇ, ਚ ਪਲੈਨਟ ਕੋਈ ਨਹੀਂ ਦਿਖਾਇਆ ਜਾ ਰਿਹਾ ਇਸ ਟਾਈਮ। ਆ ਵੇਗਾ ਹੋ ਗਿਆ, ਠੀਕ ਹੈ ਜੀ। ਇਹ ਤੁਸੀਂ ਸਾਰੇ ਸਟਾਰ ਬਾਰੇ ਤਾਂ ਆਪਾਂ ਪੜ੍ਹਨਾ ਸੀ, ਸਨ ਬਾਰੇ ਸਮਝਣਾ ਹੈ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਟਾਰ ਕਿੰਨੀ ਦੂਰ ਨੇ। ਇਹ ਸਟਾਰ ਬਾਰੇ ਹੈ, ਪਰ ਜੇ ਹੁਣ ਜੇ ਮੈਂ ਪਲੈਨਟ ਨੂੰ ਔਨ ਕਰ ਦਿੰਦਾ ਹੈ, ਇਕੱਲੇ ਨਾਲ ਪਲੈਨਟ ਵੀ ਦਿਖਾਣਾ ਹੈ ਤੁਹਾਨੂੰ। ਇਹ ਤਾਂ ਸਾਡੇ ਕੋਲ ਕੀ ਆ ਗਏ? ਸਟਾਰ ਹੋ ਗਏ ਸਾਰੇ। ਤਾਂ ਕਿਹੜਾ ਸਟਾਰ ਕਿੰਨੀ ਦੂਰ ਹੈ? ਠੀਕ ਹੈ ਜੀ। ਇਹਦੇ ਵਿੱਚ ਤੁਹਾਨੂੰ ਸਾਰੇ ਇੱਕ ਸਮਝ ਲੱਗਦਾ ਹੋਊਗਾ ਵੀ ਕਿਹੜਾ ਸਟਾਰ ਕਿੰਨੀ ਦੂਰ ਹੈਗਾ, ਕਿੰਨੀ ਦੂਰ ਨਹੀਂ ਹੈਗਾ। ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ, ਠੀਕ ਹੈ। ਕਿਸ ਤਰੀਕੇ ਨਾਲ ਇੱਥੋਂ ਆਪਾਂ ਰੱਖ ਲੈਂਦੇ ਹਾਂ ਆਹ ਸਨ ਤੋਂ, ਠੀਕ ਹੈ ਜੀ। ਆਹ ਕਿਹੜਾ ਸਟਾਰ ਆ ਉਹਦੇ ਬਾਰੇ ਦੱਸ ਦੇਗਾ, ਇਹ ਸਟਾਰ ਦਾ ਨਾਮ ਦੱਸ ਦੇਗਾ, ਇਹ ਸਟਾਰ ਦਾ ਨਾਮ ਦੱਸ ਦੇਗਾ। ਆਪਾਂ ਕੋਈ ਸਟਾਰ ਲੈ ਲੈਂਦੇ ਹਾਂ, ਜਿੰਨੀ ਮਰਜ਼ੀ ਦੂਰ ਜਾਂਦੇ ਜਾਓ। ਦੇਖੋ ਗਲੈਕਸੀ ਜਿੰਨੇ ਦੂਰ, ਦੇਖੋ ਆਹ ਸਾਰੇ ਤਾਰੇ ਨੇ ਜਿਨ੍ਹਾਂ ਦੀ ਆਪਣੀ ਖੁਦ ਦੀ ਰੋਸ਼ਨੀ ਹੈ, ਜਿਵੇਂ ਸਾਡੇ ਸੂਰਜ ਦੀ ਰੋਸ਼ਨੀ ਆ, ਠੀਕ ਹੈ। ਜੇ ਤੁਸੀਂ ਹੁਣ ਅਖਬਾਰ ਦੇ ਵਿੱਚ ਕਦੇ ਨਿਊਜ਼ਪੇਪਰ 'ਚ ਪੜ੍ਹੇਂਗੇ ਹੋ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਸਟਾਰ ਬਾਰੇ ਗੱਲ ਹੋ ਰਹੀ ਸੀਗੀ ਕਿ ਪਲੈਨਟਾਂ ਬਾਰੇ ਗੱਲ ਹੋ ਰਹੀ ਸੀਗੀ। ਤੁਹਾਨੂੰ ਇਹ ਚੀਜ਼ ਬਾਰੇ ਕਲੀਅਰ ਹੋ ਜਾਏਗਾ, ਠੀਕ ਹੈ। ਆਹ ਪੋਲੈਰਿਸ ਹੈ, ਪੋਲ ਸਟਾਰ, ਹੈ ਨਾ। ਜਿਵੇਂ ਸਾਡਾ ਸੂਰਜ ਹੈ, ਉੱਦਾਂ ਹੀ ਪੋਲ ਸਟਾਰ ਹੈ, ਠੀਕ ਹੈ ਜੀ। ਇਹਦੇ ਬਾਰੇ ਤੁਸੀਂ ਸਾਰੀ ਇਨਫੋਰਮੇਸ਼ਨ ਐਪ ਤੋਂ ਲੈ ਸਕਦੇ ਹੋ, ਓਕੇ। ਅਤੇ ਹੁਣ ਅੱਗੇ ਆਪਾਂ ਟੌਪਿਕ 'ਤੇ ਵਾਪਸ ਆਉਂਦੇ ਹਾਂ। ਚਲੋ ਇੱਥੇ ਤੱਕ ਆ ਗਿਆ। ਹੁਣ ਆਪਾਂ ਅੱਗੇ ਸੂਰਜ ਬਾਰੇ ਪੜ੍ਹਨਾ ਹੈ। ਸੂਰਜ ਦੀ ਆਪਾਂ ਇਨਫੋਰਮੇਸ਼ਨ ਸਾਰੀ ਬਾਅਦ 'ਚੋਂ ਲਵਾਂਗੇ। ਇਹ ਵੀਡੀਓ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਅਤੇ ਤੁਸੀਂ ਐਪ ਪਾਓ, YouTube 'ਤੇ ਜਾ ਕੇ ਐਨੀਮੇਸ਼ਨਸ ਦੇਖੋ, ਹੋਰ ਬਹੁਤ ਵੀਡੀਓ ਦੇਖੋ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਜਾਵੇ। ਪ੍ਰਕਾਸ਼ ਸਾਲ ਦੇਖੋ, ਕੋਈ ਐਨੀਮੇਸ਼ਨ ਦੇਖੋ ਵੀ ਲਾਈਟ ਜਾਂਦੀ ਕਿੱਦਾਂ ਹੈ, ਜਿਹਦੇ 'ਚ ਦਿਖਾਈ ਗਈ ਹੋਵੇ। ਅਤੇ YouTube 'ਤੇ ਬਹੁਤ ਵਧੀਆ ਵੀਡੀਓ ਪਈਆਂ ਨੇ, ਬਾਈਜੂਸ ਵਾਲੇ ਦੀ ਪਈਆਂ ਨੇ, ਹੋਰ ਬਹੁਤ ਪਈਆਂ ਨੇ, ਉਹਨਾਂ ਨੂੰ ਦੇਖੋ ਅਤੇ ਤੁਹਾਨੂੰ ਜ਼ਿਆਦਾ ਇਹਦੇ ਬਾਰੇ ਨੌਲੇਜ ਹੋਏਗੀ, ਠੀਕ ਹੈ ਜੀ। ਚਲੋ ਇਹ ਵੀਡੀਓ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ।